मेरा नाम डोली है। ਅੱਜ मैं ਤੁਹਾਨੂੰ ਆਪਣੀ ਕਹਾਣੀ ਸੁਣਾਉਣ ਜਾ ਰਹੀ ਹਾਂ, ਜਿਸ ਨੂੰ ਸੁਣ ਕੇ ਸ਼ਾਇਦ ਤੁਹਾਡੀ ਵੀ ਅੱਖਾਂ ਵਿੱਚ ਹੰਝੂ ਆ ਜਾਣਗੇ। ਮੈਂ 18 ਸਾਲ ਦੀ ਸੀ ਜਦੋਂ ਮੇਰੇ ਮਾਤਾ-ਪਿਤਾ ਨੂੰ ਮੇਰੇ ਵਿਆਹ ਦੀ ਚਿੰਤਾ ਹੋ ਗਈ, ਜਦੋਂ ਕਿ ਹੁਣ ਤੱਕ ਮੈਂ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ ਸੀ। ਹਾਲੇ ਤਾਂ ਮੈਂ ਸਿਰਫ ਹਾਈ ਸਕੂਲ ਹੀ ਕਰ ਰਹੀ ਸੀ। ਮੈਂ ਲੁਧਿਆਣੇ ਵਿੱਚ ਰਹਿੰਦੀ ਸੀ। ਸਾਡਾ ਕੋਈ ਰਿਸ਼ਤੇਦਾਰ ਨਹੀਂ ਸੀ ਕਿਉਂਕਿ ਮੇਰੀ ਮਾਂ ਦਾ ਵਿਆਹ ਪਿੰਡ ਵਿੱਚ ਹੋਇਆ ਸੀ। ਮੇਰੇ ਮਾਤਾ-ਪਿਤਾ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਸੀ। ਬਹੁਤ ਸਾਲਾਂ ਪਹਿਲਾਂ ਹੀ ਮੇਰੇ ਪਿਤਾ ਆਪਣਾ ਪਿੰਡ ਛੱਡ ਕੇ ਲੁਧਿਆਣੇ ਆ ਗਏ ਸੀ ਕਿਉਂਕਿ ਮੇਰੀ ਮਾਂ ਨੂੰ ਪਿੰਡ ਵਿੱਚ ਰਹਿਣ ਦੀ ਆਦਤ ਨਹੀਂ ਸੀ। ਮੇਰੀ ਮਾਂ ਦੇ ਪੇਕੇ ਚੰਡੀਗੜ੍ਹ ਦੇ ਕੋਲ ਹੀ ਸੀ ਤੇ ਉਹਨਾਂ ਦਾ ਵਿਆਹ ਪਿੰਡ ਵਿੱਚ ਹੋ ਗਿਆ ਸੀ। ਇਸ ਲਈ ਮੇਰੀ ਮਾਂ ਦਾ ਦਿਲ ਪਿੰਡ ਵਿੱਚ ਨਹੀਂ ਲੱਗਦਾ ਸੀ। ਮੇਰੇ ਪੈਦਾ ਹੁੰਦੇ ਹੀ ਉਹਨਾਂ ਨੇ ਪਿੰਡ ਛੱਡ ਦਿੱਤਾ ਸੀ। ਮੇਰੇ ਪਿਤਾ ਲੁਧਿਆਣੇ ਵਿੱਚ ਇੱਕ ਫੈਕਟਰੀ ਵਿੱਚ ਮਜ਼ਦੂਰੀ ਕਰਿਆ ਕਰਦੇ ਸੀ। ਪਿਤਾ ਜੀ ਦੀ ਕਮਾਈ ਨਾਲ ਬਹੁਤ ਜ਼ਿਆਦਾ ਪੈਸੇ ਤਾਂ ਨਹੀਂ ਆਉਂਦੇ ਸੀ, ਪਰ ਜਿੰਨੇ ਵੀ ਆਉਂਦੇ ਸੀ ਸਾਡੇ ਘਰ ਦਾ ਗੁਜ਼ਾਰਾ ਚੰਗੇ ਤਰੀਕੇ ਨਾਲ ਹੋ ਜਾਂਦਾ ਸੀ। ਮੈਂ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ। ਜਿਵੇਂ ਜਿਵੇਂ ਮੈਂ ਵੱਡੀ ਹੋਣ ਲੱਗੀ ਤਾਂ ਮੇਰੀ ਮਾਂ ਪਿਤਾ ਜੀ ਨੂੰ ਰੋਜ਼ ਕਹਿੰਦੀ ਕਿ ਤੁਹਾਡੀ ਫੈਕਟਰੀ ਵਾਲੀ ਨੌਕਰੀ ਦੀ ਕਮਾਈ ਨਾਲ ਹੁਣ ਘਰ ਨਹੀਂ ਚੱਲਦਾ, ਤੁਸੀਂ ਕੋਈ ਹੋਰ ਕੰਮ ਦੇਖ ਲਓ। ਤਾਂ ਉਸ ਤੇ ਮੇਰੇ ਪਿਤਾ ਜੀ ਕਹਿੰਦੇ ਕਿ ਹੁਣ ਇਸ ਦੇ ਇਲਾਵਾ ਮੇਰੇ ਤੋਂ ਇਸ ਉਮਰ ਵਿੱਚ ਕੁਝ ਨਹੀਂ ਹੁੰਦਾ। ਜਦੋਂ ਜਵਾਨੀ ਸੀ ਤੇ ਸਰੀਰ ਵਿੱਚ ਜਾਨ ਸੀ, ਉਦੋਂ ਤੇਰੇ ਕਹਿਣ ਤੇ ਪਿੰਡ ਦੀ ਜ਼ਮੀਨ ਵੇਚ ਕੇ ਮੈਂ ਲੁਧਿਆਣੇ ਆ ਕੇ ਰਹਿਣ ਲੱਗਿਆ। ਹੁਣ ਪਿੰਡ ਵੀ ਨਹੀਂ ਜਾ ਸਕਦਾ, ਉੱਥੇ ਜਾ ਕੇ ਕੀ ਕੰਮ ਕਰੂੰਗਾ। ਇਸ ਗੱਲ ਨੂੰ ਲੈ ਕੇ ਉਹਨਾਂ ਦੋਵਾਂ ਵਿੱਚ ਹਰ ਰੋਜ਼ ਲੜਾਈ ਝਗੜਾ ਹੁੰਦਾ ਰਹਿੰਦਾ। ਮਾਂ ਪਿਤਾ ਜੀ ਨੂੰ ਇਸ ਤਰ੍ਹਾਂ ਲੜਦਾ ਹੋਇਆ ਦੇਖ ਕੇ ਮੇਰਾ ਦਿਲ ਪੜ੍ਹਾਈ ਤੋਂ ਵੀ ਹਟਦਾ ਜਾ ਰਿਹਾ ਸੀ। ਪਿਤਾ ਜੀ ਤੋਂ ਇਲਾਵਾ ਘਰ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਸੀ। ਮੇਰੇ ਪਿਤਾ ਜੀ ਵਿਚਾਰੇ ਇਕੱਲੇ ਹੀ ਇੰਨੀ ਮਿਹਨਤ ਕਰਿਆ ਕਰਦੇ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਆਪਣੇ ਪਿਤਾ ਦੀ ਮਦਦ ਕਰ ਸਕਾਂ, ਪਰ ਜਦੋਂ ਵੀ ਮੈਂ ਕੋਈ ਕੰਮ ਕਰਨ ਦਾ ਕਹਿੰਦੀ, ਮਾਂ ਮੈਨੂੰ ਸਾਫ਼ ਇਨਕਾਰ ਕਰ ਦਿੰਦੀ ਕਿ ਬਸ ਹੁਣ ਮੈਨੂੰ ਤੇਰਾ ਵਿਆਹ ਕਰਨਾ ਹੈ। ਮੈਨੂੰ ਆਪਣੇ ਪਿਤਾ ਦੀ ਬੁੱਢੀ ਹੱਡੀਆਂ ਤੇ ਬਹੁਤ ਤਰਸ ਆਉਂਦਾ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਆਪਣੇ ਪਿਤਾ ਦੀ ਮਦਦ ਕਰ ਸਕਾਂ, ਪਰ ਮਾਂ ਦੇ ਅੱਗੇ ਹਮੇਸ਼ਾ ਹੀ ਮੈਂ ਮਜਬੂਰ ਹੋ ਜਾਂਦੀ ਸੀ। ਸਾਡੇ ਪਿੰਡ ਵਿੱਚ ਵਿਆਹ ਸੀ ਤੇ ਸਾਨੂੰ ਉੱਥੋਂ ਇਨਵੀਟੇਸ਼ਨ ਆਇਆ ਸੀ। ਸਾਡੇ ਜਿੰਨੇ ਵੀ ਰਿਸ਼ਤੇਦਾਰ ਸੀ ਸਾਰੇ ਪਿੰਡ ਵਿੱਚ ਹੀ ਮੌਜੂਦ ਸੀ। ਵਿਆਹ ਮੇਰੀ ਭੂਆ ਦੇ ਮੁੰਡੇ ਦਾ ਸੀ, ਇਸ ਲਈ ਉੱਥੇ ਜਾਣਾ ਵੀ ਜ਼ਰੂਰੀ ਸੀ। ਅਸੀਂ ਲੋਕਾਂ ਨੇ ਵਿਆਹ ਵਿੱਚ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਅਸੀਂ ਆਪਣੀ ਪੈਕਿੰਗ ਵੀ ਕਰ ਲਈ ਸੀ। ਮਾਂ ਪਿਤਾ ਜੀ ਨੂੰ ਕਹਿਣ ਲੱਗੀ ਕਿ ਇਸ ਵਾਰ ਪਿੰਡ ਚੱਲ ਕੇ ਸਾਨੂੰ ਆਪਣੀ ਕੁੜੀ ਡੋਲੀ ਦਾ ਰਿਸ਼ਤਾ ਤੈਅ ਕਰ ਦੇਣਾ ਹੈ। ਉੱਥੇ ਜਾ ਕੇ ਤੈਨੂੰ ਸਾਡੀ ਕੁੜੀ ਦੇ ਰਿਸ਼ਤੇ ਦੀ ਗੱਲ ਚਲਾਉਣੀ ਹੈ। ਉੱਥੇ ਜਾ ਕੇ ਕੋਈ ਚੰਗਾ ਰਿਸ਼ਤਾ ਮਿਲ ਜਾਵੇ ਤਾਂ ਗੱਲ ਪੱਕੀ ਕਰ ਦੇਣਾ। ਮੈਨੂੰ ਆਪਣੀ ਮਾਂ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨੀ ਹੋ ਰਹੀ ਸੀ। ਉਹ ਖੁਦ ਤਾਂ ਸਾਰੀ ਜ਼ਿੰਦਗੀ ਪਿੰਡ ਛੱਡ ਕੇ ਸ਼ਹਿਰ ਵਿੱਚ ਆ ਕੇ ਰਹਿ ਰਹੀ ਸੀ ਤੇ ਮੇਰੇ ਲਈ ਉਹ ਪਿੰਡ ਵਿੱਚ ਰਿਸ਼ਤਾ ਲੱਭਣ ਜਾ ਰਹੀ ਸੀ। ਮੈਂ ਹੁਣੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਮੈਂ ਪੜ੍ਹਨਾ ਚਾਹੁੰਦੀ ਸੀ। ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਮਾਤਾ-ਪਿਤਾ ਦੀਆਂ ਪਰੇਸ਼ਾਨੀਆਂ ਨੂੰ ਖਤਮ ਕਰ ਸਕਾਂ ਤੇ ਕੁਝ ਬਣ ਕੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਸਕਾਂ। ਮੇਰੇ ਪਿਤਾ ਵੀ ਇਸ ਗੱਲ ਲਈ ਰਾਜ਼ੀ ਹੋ ਗਏ ਸੀ। ਮੈਂ ਸ਼ਰਮ ਦੀ ਵਜ੍ਹਾ ਨਾਲ ਪਿਤਾ ਜੀ ਦੇ ਸਾਹਮਣੇ ਤਾਂ ਕੁਝ ਨਹੀਂ ਬੋਲ ਪਾਈ ਸੀ, ਪਰ ਪਿਤਾ ਜੀ ਦੇ ਜਾਂਦੇ ਹੀ ਮੈਂ ਮਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਮਰ ਜਾਊਂਗੀ ਪਰ ਪਿੰਡ ਵਿੱਚ ਵਿਆਹ ਨਹੀਂ ਕਰੂੰਗੀ ਤੇ ਤੁਸੀਂ ਪਿੰਡ ਵਿੱਚ ਜਾ ਕੇ ਮੇਰੀ ਰਿਸ਼ਤੇ ਦੀ ਗੱਲ ਬਿਲਕੁਲ ਵੀ ਨਾ ਕਰਨਾ। ਐਦਾਂ ਨਾ ਹੋਵੇ ਕਿ ਬਾਅਦ ਵਿੱਚ ਤੁਹਾਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਵੇ। ਮੈਂ ਇੱਥੇ ਸ਼ਹਿਰ ਵਿੱਚ ਰਹਿ ਕੇ ਪੜ੍ਹ ਲਿਖ ਕੇ ਨੌਕਰੀ ਕਰਨਾ ਚਾਹੁੰਦੀ ਹਾਂ ਤੇ ਆਪਣੇ ਪਿਤਾ ਦਾ ਸਹਾਰਾ ਬਣਨਾ ਚਾਹੁੰਦੀ ਹਾਂ। ਮੈਨੂੰ ਹੁਣੇ ਵਿਆਹ ਦੀ ਕੋਈ ਜਲਦੀ ਨਹੀਂ ਸੀ। 2 ਦਿਨ ਬਾਅਦ ਜਦੋਂ ਅਸੀਂ ਪਿੰਡ ਚਲੇ ਗਏ ਤਾਂ ਉੱਥੇ ਜਾਣ ਦੇ ਬਾਅਦ ਜਦੋਂ ਵਿਆਹ ਖਤਮ ਹੋ ਗਿਆ ਤਾਂ ਮੇਰੇ ਪਿਤਾ ਜੀ ਨੇ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਮੇਰੇ ਪਿਤਾ ਜੀ ਦੇ ਦੋਸਤ ਦੇ ਮੁੰਡੇ ਨਾਲ ਹੀ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਤੇ ਉੱਥੇ ਸਾਰੇ ਲੋਕਾਂ ਨੂੰ ਇੱਕ ਖਬਰ ਦੇ ਦਿੱਤੀ ਕਿ ਉਹਨਾਂ ਨੇ ਰਿਸ਼ਤਾ ਪੱਕਾ ਕਰ ਦਿੱਤਾ ਹੈ। ਮੈਂ ਮੁੰਡੇ ਵਾਲਿਆਂ ਨੂੰ ਦੇਖਿਆ ਤੱਕ ਨਹੀਂ ਸੀ। ਵਿਆਹ ਵਾਲੇ ਘਰ ਵਿੱਚ ਮੌਜੂਦ ਔਰਤਾਂ ਬਾਰ-ਬਾਰ ਮੈਨੂੰ ਦੇਖ ਰਹੀਆਂ ਸੀ। ਇਹ ਸਭ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਤੇ ਬਹੁਤ ਬੁਰਾ ਵੀ ਲੱਗ ਰਿਹਾ ਸੀ। ਫਿਰ ਇੱਕ ਔਰਤ ਕਹਿਣ ਲੱਗੀ ਕਿ ਇਹ ਮਨੀਸ਼ ਦੀ ਹੋਣ ਵਾਲੀ ਪਤਨੀ ਹੈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਇਕੱਲੇ ਵਿੱਚ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਤੇਰਾ ਰਿਸ਼ਤਾ ਪੱਕਾ ਹੋ ਗਿਆ ਹੈ, ਹੁਣ ਜ਼ਿਆਦਾ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੈ। ਮੈਨੂੰ ਆਪਣੀ ਮਾਂ ਦੀ ਗੱਲ ਤੇ ਬਹੁਤ ਜ਼ਿਆਦਾ ਗੁੱਸਾ ਆਇਆ ਸੀ ਤੇ ਮੈਂ ਕਮਰੇ ਵਿੱਚ ਜਾ ਕੇ ਖੂਬ ਰੋਈ ਸੀ ਕਿ ਮੈਨੂੰ ਹੁਣੇ ਵਿਆਹ ਨਹੀਂ ਕਰਨਾ, ਪਰ ਮੇਰੇ ਮਾਤਾ-ਪਿਤਾ ਤਾਂ ਜ਼ਬਰਦਸਤੀ ਮੇਰਾ ਵਿਆਹ ਕਰਵਾਉਣ ਜਾ ਰਹੇ ਸੀ। ਕਿਸੇ ਨੇ ਮੇਰੀ ਇੱਕ ਨਹੀਂ ਸੁਣੀ। ਪਿੰਡ ਵਿੱਚ ਮੇਰਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਸੀ। ਮੈਂ ਜਿੰਨੇ ਦਿਨ ਵੀ ਉੱਥੇ ਰਹੀ ਬਹੁਤ ਹੀ ਉਦਾਸ ਰਹੀ ਸੀ। ਮੈਂ ਆਪਣੇ ਪਿਤਾ ਦੇ ਸਾਹਮਣੇ ਬੋਲਣ ਦੀ ਤਾਂ ਮੇਰੀ ਹਿੰਮਤ ਸੀ ਨਹੀਂ, ਇਸ ਲਈ ਨਾ ਚਾਹੁੰਦੇ ਹੋਏ ਵੀ ਇਸ ਰਿਸ਼ਤੇ ਨੂੰ ਸਵੀਕਾਰ ਕਰਨਾ ਪਿਆ।
ਪਰ ਉਹ ਮੁੰਡਾ ਕੌਣ ਹੈ, ਕਿੱਦਾਂ ਦਾ ਹੈ, ਇਹ ਮੇਰੇ ਲਈ ਜਾਣਨਾ ਇੰਨਾ ਜ਼ਰੂਰੀ ਨਹੀਂ ਸੀ, ਕਿਉਂਕਿ ਮੈਨੂੰ ਵਿਆਹ ਦਾ ਕੋਈ ਸ਼ੌਂਕ ਨਹੀਂ ਸੀ। ਮੇਰੇ ਘਰ ਵਾਲੇ ਜ਼ਬਰਦਸਤੀ ਮੇਰਾ ਇਹ ਵਿਆਹ ਕਰਵਾ ਰਹੇ ਸੀ। ਮੇਰੀ ਭੂਆ ਦੇ ਮੁੰਡੇ ਦਾ ਵਿਆਹ ਖਤਮ ਹੋ ਗਿਆ ਤਾਂ ਅਸੀਂ ਵਾਪਸ ਆਪਣੇ ਘਰ ਆ ਗਏ ਸੀ। ਇੱਥੇ ਹਰ ਰੋਜ਼ ਮੇਰੀ ਮਾਂ ਪਿਤਾ ਜੀ ਨੂੰ ਮੇਰੇ ਵਿਆਹ ਦੇ ਇੰਤਜ਼ਾਮ ਬਾਰੇ ਕਹਿੰਦੀ ਰਹਿੰਦੀ ਸੀ। ਇਹ ਗੱਲ ਸੁਣ ਕੇ ਮੇਰੇ ਪਿਤਾ ਪਰੇਸ਼ਾਨ ਹੋ ਜਾਂਦੇ ਸੀ ਤੇ ਉਹਨਾਂ ਦੇ ਚਿਹਰੇ ਤੇ ਪਰੇਸ਼ਾਨੀ ਭਰੇ ਐਕਸਪ੍ਰੈਸ਼ਨ ਦੇਖ ਕੇ ਮੇਰਾ ਦਿਲ ਬਹੁਤ ਦੁਖਦਾ ਸੀ। ਮੇਰੇ ਪਿਤਾ ਗਰੀਬ ਸੀ ਤੇ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਖਰਚਾ ਚਲਾਉਂਦੇ ਸੀ, ਪਰ ਫਿਰ ਵੀ ਪਤਾ ਨਹੀਂ ਕਿਉਂ ਉਹਨਾਂ ਦੋਵਾਂ ਨੂੰ ਮੇਰੇ ਵਿਆਹ ਦੀ ਇੰਨੀ ਜਲਦੀ ਹੋ ਰਹੀ ਸੀ। ਮੇਰੇ ਪਿਤਾ ਦੀ ਕਮਾਈ ਨਾਲ ਕੁਝ ਵੀ ਨਹੀਂ ਜੁੜ ਪਾ ਰਿਹਾ ਸੀ, ਤਾਂ ਇਸ ਲਈ ਉਹ ਦਿਨੋਂ ਦਿਨ ਹੋਰ ਜ਼ਿਆਦਾ ਪਰੇਸ਼ਾਨ ਰਹਿਣ ਲੱਗੇ ਸੀ। ਇੱਕ ਦਿਨ ਮੇਰੇ ਪਿਤਾ ਨੇ ਮਾਂ ਨੂੰ ਦੱਸਿਆ ਕਿ ਉਹਨਾਂ ਦੇ ਕੁਝ ਦੋਸਤ ਵਿਦੇਸ਼ ਪੈਸਾ ਕਮਾਉਣ ਲਈ ਜਾ ਰਹੇ ਹਨ, ਕਿਉਂ ਨਾ ਮੈਂ ਵੀ ਉਹਨਾਂ ਨਾਲ ਵਿਦੇਸ਼ ਚਲੇ ਜਾਵਾਂ ਤੇ ਉੱਥੇ ਜਾ ਕੇ ਮੈਂ ਤੁਹਾਨੂੰ ਪੈਸਾ ਭੇਜਦਾ ਰਹੂੰਗਾ। ਤੂੰ ਮੇਰੀ ਕੁੜੀ ਦਾ ਦਹੇਜ ਜੋੜ ਲੈਣਾ। ਮੈਂ ਜਦੋਂ ਪਿਤਾ ਜੀ ਦੀ ਇਹ ਗੱਲ ਸੁਣੀ ਤਾਂ ਮੈਂ ਤੁਰੰਤ ਹੀ ਉਹਨਾਂ ਨੂੰ ਵਿਦੇਸ਼ ਜਾਣ ਲਈ ਮਨਾ ਕਰ ਦਿੱਤਾ ਕਿ ਪਿਤਾ ਜੀ, ਇਸ ਉਮਰ ਵਿੱਚ ਕਿਸੇ ਦੀ ਵੀ ਖਾਤਰ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਜੇ ਉਹ ਲੋਕ ਮੈਨੂੰ ਸਵੀਕਾਰ ਕਰਨਾ ਚਾਹੁੰਦੇ ਹਨ ਤਾਂ ਉਹ ਇਦਾਂ ਹੀ ਕਰਨ। ਜੇ ਦਹੇਜ ਲੈ ਕੇ ਵਿਆਹ ਕਰਨਾ ਚਾਹੁੰਦੇ ਹਨ ਤਾਂ ਮੈਂ ਤੁਹਾਡੇ ਲੋਕਾਂ ਦੇ ਘਰ ਵਿੱਚ ਹੀ ਠੀਕ ਹਾਂ। ਮੈਨੂੰ ਨਹੀਂ ਜਾਣਾ ਵਿਆਹ ਕਰਾ ਕੇ। ਇਹ ਗੱਲ ਸੁਣ ਕੇ ਮਾਂ ਨੂੰ ਗੁੱਸਾ ਆ ਗਿਆ ਤੇ ਉਹ ਮੈਨੂੰ ਕਹਿਣ ਲੱਗੀ, ਤੂੰ ਕੌਣ ਹੁੰਦੀ ਹੈ ਵੱਡਿਆਂ ਦੇ ਵਿੱਚ ਬੋਲਣ ਵਾਲੀ। ਪਿਤਾ ਜੀ ਨੇ ਮਾਂ ਨੂੰ ਚੁੱਪ ਕਰਾਇਆ ਤੇ ਮੇਰੇ ਕੋਲ ਆ ਕੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਨੂੰ ਸਮਝਾਉਣ ਲੱਗੇ ਕਿ ਧੀ ਦਾ ਵਿਆਹ ਕਰਨਾ ਤਾਂ ਹਰ ਮਾਤਾ ਪਿਤਾ ਦਾ ਫਰਜ਼ ਹੁੰਦਾ ਹੈ। ਇਸ ਲਈ ਮਾਤਾ ਪਿਤਾ ਆਪਣੀ ਕੁੜੀ ਨੂੰ ਜ਼ਰੂਰਤ ਦਾ ਸਮਾਨ ਦਹੇਜ ਦੇ ਰੂਪ ਵਿੱਚ ਦਿੰਦੇ ਹਨ। ਤੂੰ ਡਰ ਨਾ ਤੇ ਮੇਰੀ ਚਿੰਤਾ ਨਾ ਕਰ, ਮੈਂ 1-2 ਸਾਲ ਵਿੱਚ ਵਾਪਸ ਆ ਜਾਊਂਗਾ। ਮੇਰੇ ਪਿਤਾ ਜੀ ਨੇ ਮੈਨੂੰ ਚੁੱਪ ਹੋਣ ਤੇ ਮਜਬੂਰ ਕਰ ਦਿੱਤਾ ਸੀ, ਪਰ ਮੇਰੀ ਮਾਂ ਨੂੰ ਪਿਤਾ ਜੀ ਦੇ ਵਿਦੇਸ਼ ਜਾਣ ਦੀ ਬਹੁਤ ਖੁਸ਼ੀ ਸੀ ਕਿ ਪਿਤਾ ਜੀ ਉੱਥੇ ਜਾ ਕੇ ਬਹੁਤ ਸਾਰੇ ਪੈਸੇ ਭੇਜਣ ਵਾਲੇ ਸੀ। ਕੁਝ ਦਿਨਾਂ ਬਾਅਦ ਹੀ ਪਿਤਾ ਜੀ ਦੀ ਵਿਦੇਸ਼ ਜਾਣ ਦੀ ਤਿਆਰੀ ਪੂਰੀ ਹੋ ਗਈ ਸੀ। ਪਿੰਡ ਵਿੱਚੋਂ ਕੁਝ ਲੋਕ ਆਏ ਸੀ ਜੋ ਪਿਤਾ ਜੀ ਦੇ ਨਾਲ ਵਿਦੇਸ਼ ਜਾ ਰਹੇ ਸੀ। ਸਾਰੇ ਲੋਕ ਮਿਲ ਕੇ ਵਿਦੇਸ਼ ਦੇ ਲਈ ਰਵਾਨਾ ਹੋ ਗਏ ਸੀ। ਪਿਤਾ ਜੀ ਨੂੰ ਇੰਨੇ ਸਾਲਾਂ ਲਈ ਜਾਂਦਾ ਹੋਇਆ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ। ਮੈਂ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ। ਕਹਿੰਦੇ ਹਨ ਨਾ ਕਿ ਕੁੜੀਆਂ ਤਾਂ ਪਿਤਾ ਦੀਆਂ ਲਾਡਲੀਆਂ ਹੁੰਦੀਆਂ ਹਨ, ਕੁਝ ਐਵੇਂ ਹੀ ਮੇਰੇ ਨਾਲ ਵੀ ਸੀ। ਮੈਂ ਆਪਣੇ ਪਿਤਾ ਦੀ ਲਾਡਲੀ ਸੀ ਤੇ ਇਸ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਿਆਰ ਮੈਂ ਆਪਣੇ ਪਿਤਾ ਨੂੰ ਹੀ ਕਰਦੀ ਸੀ ਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ। ਪਰ ਮਾਂ ਨੂੰ ਤਾਂ ਬਸ ਜਲਦੀ ਸੀ ਪਿਤਾ ਜੀ ਨੂੰ ਅਸੀਂ ਕਿਸੇ ਵੀ ਤਰ੍ਹਾਂ ਨਾਲ ਪਰੇਸ਼ਾਨ ਨਾ ਕਰੀਏ ਤਾਂ ਕਿ ਉਹ ਬੇਫਿਕਰ ਹੋ ਕੇ ਇੱਥੋਂ ਜਾਣ, ਤੇ ਉਹਨਾਂ ਦੇ ਜਾਂਦੇ ਹੀ ਸਾਡੇ ਚੰਗੇ ਦਿਨ ਸ਼ੁਰੂ ਹੋ ਗਏ। ਆਖਰਕਾਰ ਮੇਰੀ ਮਾਂ ਦੀ ਤਮੰਨਾ ਪੂਰੀ ਹੋ ਗਈ ਸੀ। ਪਿਤਾ ਜੀ ਸਾਡੇ ਤੋਂ ਦੂਰ ਚਲੇ ਗਏ ਸੀ। ਪਿਤਾ ਜੀ ਦੇ ਜਾਣ ਤੋਂ ਬਾਅਦ ਮੇਰੀ ਤਾਂ ਜਿਵੇਂ ਦੁਨੀਆ ਹੀ ਖਤਮ ਹੋ ਗਈ ਸੀ। ਘਰ ਦੀ ਸਾਰੀ ਰੌਣਕ ਮੇਰੇ ਪਿਤਾ ਨਾਲ ਸੀ। ਮੈਂ ਬਹੁਤ ਉਦਾਸ ਰਹਿਣ ਲੱਗੀ ਸੀ। ਪਿਤਾ ਜੀ ਦੇ ਜਾਂਦੇ ਹੀ ਮਾਂ ਨੇ ਮੇਰਾ ਕਾਲਜ ਹੀ ਛੁਡਵਾ ਦਿੱਤਾ ਸੀ ਤੇ ਕਹਿੰਦੀ ਕਿ ਹੁਣ ਬਸ ਬਹੁਤ ਹੋ ਗਈ ਪੜ੍ਹਾਈ, ਹੁਣ ਤਾਂ ਤੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਨਾ ਚਾਹੁੰਦੀ ਹਾਂ। ਮੈਂ ਮਾਂ ਨੂੰ ਕਹਿੰਦੀ ਸੀ ਕਿ ਮਾਂ, ਜਦੋਂ ਤੱਕ ਪਿਤਾ ਜੀ ਨਹੀਂ ਆ ਜਾਂਦੇ ਉਦੋਂ ਤੱਕ ਤਾਂ ਮੈਨੂੰ ਪੜ੍ਹਨ ਦਿਓ। ਮਾਂ ਨੇ ਕਿਹਾ ਕਿ ਤੇਰੇ ਬਾਪ ਦੇ ਆਉਣ ਤੱਕ ਕੌਣ ਰੁਕੇਗਾ, ਉਹ ਜਿਵੇਂ ਹੀ ਪੈਸੇ ਭੇਜਣਗੇ ਮੈਂ ਤੇਰੇ ਵਿਆਹ ਦੀ ਤਰੀਕ ਫਿਕਸ ਕਰ ਦੂੰਗੀ। 2-3 ਸਾਲਾਂ ਤੱਕ ਤਾਂ ਮੈਂ ਤੇਰਾ ਖਰਚਾ ਨਹੀਂ ਉਠਾ ਸਕਦੀ ਤੇ ਨਾ ਹੀ ਮੈਂ ਤੈਨੂੰ ਪੜ੍ਹਾ ਸਕਦੀ ਹਾਂ। ਮੈਂ ਮਾਂ ਨਾਲ ਲੜਨ ਲੱਗਦੀ ਸੀ ਕਿ ਕੀ ਮਤਲਬ ਹੈ ਮੇਰਾ ਖਰਚਾ ਨਹੀਂ ਉਠਾ ਸਕਦੀ। ਪਿਤਾ ਜੀ ਦੇ ਆਉਣ ਤੱਕ ਮੈਂ ਇਸ ਘਰ ਵਿੱਚੋਂ ਕਿਤੇ ਵੀ ਨਹੀਂ ਜਾਊਂਗੀ। ਇਹ ਮੇਰੇ ਪਿਤਾ ਦਾ ਘਰ ਹੈ ਤੇ ਕਿਸੇ ਦੇ ਬਾਪ ਵਿੱਚ ਇੰਨੀ ਹਿੰਮਤ ਨਹੀਂ ਹੈ ਜੋ ਮੈਨੂੰ ਇੱਥੋਂ ਕੱਢ ਸਕੇ। ਇਹ ਗੱਲ ਸੁਣ ਕੇ ਮੇਰੀ ਮਾਂ ਨੂੰ ਮੇਰੇ ਤੇ ਬਹੁਤ ਗੁੱਸਾ ਆਇਆ। ਉਹਨਾਂ ਨੇ ਮੈਨੂੰ ਇੰਨਾ ਮਾਰਿਆ ਕਿ 2 ਦਿਨ ਤੱਕ ਮੇਰਾ ਸਰੀਰ ਦਰਦ ਕਰਦਾ ਰਿਹਾ। ਪਿਤਾ ਜੀ ਦੇ ਘਰ ਤੋਂ ਜਾਂਦੇ ਹੀ ਮਾਂ ਦੇ ਪਰ ਨਿਕਲ ਆਏ ਸੀ। ਉਹਨਾਂ ਨੇ ਮੇਰੀ ਪੜ੍ਹਾਈ ਵੀ ਛੁਡਵਾ ਦਿੱਤੀ ਸੀ ਤੇ ਸਾਡੇ ਘਰ ਦਾ ਕੰਮ ਮੇਰੇ ਸਿਰ ਤੇ ਸੁੱਟ ਦਿੱਤਾ ਸੀ। ਖੁਦ ਬਸ ਮੁਹੱਲੇ ਵਾਲਿਆਂ ਦੇ ਘਰਾਂ ਦੇ ਚੱਕਰ ਕੱਟਦੀ ਰਹਿੰਦੀ ਸੀ, ਕਦੇ ਇਸ ਘਰ ਵਿੱਚ ਤਾਂ ਕਦੇ ਉਸ ਘਰ ਵਿੱਚ। ਬਸ ਤਿਆਰ ਹੋ ਕੇ ਘਰ ਤੋਂ ਨਿਕਲ ਜਾਂਦੀ ਸੀ। ਦੁਪਹਿਰ ਨੂੰ ਆ ਕੇ ਖਾਣਾ ਖਾ ਲੈਂਦੀ ਤੇ ਉਸ ਤੋਂ ਬਾਅਦ ਥੋੜਾ ਆਰਾਮ ਕਰਨ ਦੇ ਬਾਅਦ ਫਿਰ ਸ਼ਾਮ ਦੇ ਸਮੇਂ ਗੁਆਂਢੀਆਂ ਦੇ ਘਰਾਂ ਵਿੱਚ ਜਾ ਕੇ ਬੈਠ ਜਾਇਆ ਕਰਦੀ ਸੀ ਤੇ ਮੈਂ ਸਾਰਾ ਦਿਨ ਘਰ ਵਿੱਚ ਇਕੱਲੇਪਣ ਦਾ ਸ਼ਿਕਾਰ ਹੁੰਦੀ ਰਹਿੰਦੀ ਸੀ। ਮਾਂ ਨੂੰ ਘੁੰਮਣ ਫਿਰਨ ਤੋਂ ਹੀ ਫੁਰਸਤ ਨਹੀਂ ਸੀ। ਘਰ ਤੋਂ ਲੈ ਕੇ ਬਾਹਰ ਤੱਕ ਦੇ ਸਾਰੇ ਕੰਮ ਹੁਣ ਮੈਂ ਕਰਨ ਲੱਗੀ ਸੀ। ਘਰ ਵਿੱਚ ਖਾਣਾ ਬਣਾਉਣਾ ਤੇ ਘਰ ਵਿੱਚ ਜਦੋਂ ਖਾਣਾ ਬਣਾਉਣ ਲਈ ਰਾਸ਼ਨ ਖਤਮ ਹੋ ਜਾਂਦਾ ਸੀ ਉਸ ਦੀ ਜ਼ਿੰਮੇਵਾਰੀ ਵੀ ਮੇਰੇ ਤੇ ਸੀ। ਇੱਕ ਦਿਨ ਮੈਂ ਘਰ ਦਾ ਸਮਾਨ ਲੈਣ ਲਈ ਬਾਜ਼ਾਰ ਜਾ ਰਹੀ ਸੀ। ਇੱਕ ਮੁੰਡੇ ਦੀ ਦੁਕਾਨ ਸਾਡੀ ਗਲੀ ਦੇ ਨੁੱਕਰ ਤੇ ਹੀ ਸੀ। ਉਸੇ ਦੁਕਾਨ ਵਿੱਚ ਮੁੰਡਾ ਬੈਠਾ ਹੋਇਆ ਸੀ। ਉਹ ਮੁੰਡਾ ਨਜ਼ਰ ਭਰ ਕੇ ਮੈਨੂੰ ਦੇਖ ਰਿਹਾ ਸੀ। ਮੇਰੀ ਨਜ਼ਰ ਉਸ ਤੇ ਪਈ। ਮੈਂ ਦੇਖਿਆ ਕਿ ਉਹ ਮੈਨੂੰ ਘੂਰ ਰਿਹਾ ਹੈ। ਉਸ ਦੇ ਬਾਅਦ
ਮੈਂ ਜਦੋਂ ਬਾਜ਼ਾਰ ਤੋਂ ਵਾਪਸ ਆਈ ਤਾਂ ਉਦੋਂ ਵੀ ਉਹ ਮੈਨੂੰ ਹੀ ਦੇਖ ਰਿਹਾ ਸੀ। ਬਹੁਤ ਮੁਸ਼ਕਿਲ ਨਾਲ ਮੈਂ ਉਸ ਤੋਂ ਆਪਣੀ ਨਜ਼ਰ ਚੁਰਾਈ ਤੇ ਆਪਣਾ ਸਮਾਨ ਲੈ ਕੇ ਘਰ ਵਾਪਸ ਆਈ ਸੀ। ਉਹ ਘਰ ਤੱਕ ਮੇਰੇ ਤੇ ਨਜ਼ਰ ਰੱਖੇ ਹੋਇਆ ਸੀ। ਮੈਂ ਤੁਰੰਤ ਹੀ ਅੰਦਰ ਜਾ ਕੇ ਗੇਟ ਬੰਦ ਕਰ ਲਿਆ। ਜਦੋਂ ਵੀ ਮੈਂ ਘਰ ਤੋਂ ਨਿਕਲਦੀ ਸੀ ਉਹ ਮੈਨੂੰ ਅਜੀਬ-ਅਜੀਬ ਨਜ਼ਰਾਂ ਨਾਲ ਦੇਖ ਰਿਹਾ ਹੁੰਦਾ ਸੀ। ਉਸ ਬਾਰੇ ਵਿੱਚ ਮੈਂ ਆਪਣੀ ਮਾਂ ਨੂੰ ਵੀ ਕੁਝ ਨਹੀਂ ਕਹਿ ਸਕਦੀ ਸੀ। ਮਾਂ ਤਾਂ ਇਹ ਗੱਲ ਸੁਣਦੇ ਹੀ ਮੇਰਾ ਜੀਣਾ ਹਰਾਮ ਕਰ ਦਿੰਦੀ। ਤਾਂ ਤੰਗ ਆ ਕੇ ਮੈਂ ਘਰ ਤੋਂ ਬਾਹਰ ਨਿਕਲਣਾ ਛੱਡ ਦਿੱਤਾ ਸੀ। ਜਦੋਂ ਵੀ ਮੈਂ ਘਰ ਤੋਂ ਬਾਹਰ ਨਿਕਲਦੀ ਤਾਂ ਉਹ ਮੁੰਡਾ ਆਪਣੀ ਦੁਕਾਨ ਤੇ ਬੈਠਾ ਹੋਇਆ ਮੈਨੂੰ ਗੌਰ ਨਾਲ ਦੇਖਦਾ ਸੀ। ਹੁਣ ਤਾਂ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਸ਼ੱਕ ਹੋਣ ਲੱਗਿਆ ਸੀ। ਇੱਕ ਦਿਨ ਮੈਂ ਘਰ ਦੀ ਛੱਤ ਤੇ ਖੜੀ ਹੋਈ ਸੀ ਤਾਂ ਉਸਨੇ ਮੈਨੂੰ ਇਸ਼ਾਰਾ ਕਰਦੇ ਹੋਏ ਇੱਕ ਕਾਗਜ਼ ਤੇ ਕੁਝ ਲਿਖ ਕੇ ਮੇਰੇ ਵੱਲ ਸੁੱਟ ਦਿੱਤਾ। ਮੈਂ ਘਬਰਾ ਗਈ। ਮੈਨੂੰ ਬਹੁਤ ਡਰ ਲੱਗ ਰਿਹਾ ਸੀ, ਪਰ ਉਸ ਕਾਗਜ਼ ਨੂੰ ਪੜ੍ਹੇ ਬਿਨਾਂ ਮੈਨੂੰ ਵੀ ਸਕੂਨ ਨਹੀਂ ਆ ਰਿਹਾ ਸੀ। ਮੈਂ ਉਸ ਕਾਗਜ਼ ਨੂੰ ਉਠਾ ਕੇ ਖੋਲ੍ਹਿਆ ਤਾਂ ਉਸਨੇ ਉਸ ਕਾਗਜ਼ ਦੇ ਜ਼ਰੀਏ ਮੈਨੂੰ ਪ੍ਰਪੋਜ਼ ਕੀਤਾ ਸੀ। ਉਸ ਵਿੱਚ ਲਿਖਿਆ ਸੀ, ਮੈਂ ਕੋਈ ਬੁਰਾ ਮੁੰਡਾ ਨਹੀਂ ਹਾਂ, ਬਸ ਤੂੰ ਮੈਨੂੰ ਇੰਨੀ ਪਸੰਦ ਆ ਗਈ ਹੈ ਕਿ ਦਿਲ ਦੇ ਹੱਥੋਂ ਮਜਬੂਰ ਹੋ ਕੇ ਮੈਂ ਇਹ ਕਦਮ ਉਠਾਇਆ ਹੈ। ਇੱਕ ਵਾਰ ਗੱਲ ਕਰਨ ਦਾ ਮੌਕਾ ਦੇ ਦੇ, ਫਿਰ ਤੂੰ ਜੋ ਕਹੇਗੀ ਮੈਂ ਉਹ ਕਰੂੰਗਾ। ਮੈਂ ਤੇਰੀ ਖਾਤਰ ਕੁਝ ਵੀ ਕਰਨ ਦੇ ਲਈ ਤਿਆਰ ਹਾਂ। ਮੈਂ ਸੋਚਿਆ ਇਸ ਤੋਂ ਜਾਨ ਛੁਡਾਉਣ ਦਾ ਕੋਈ ਹੋਰ ਚੰਗਾ ਤਰੀਕਾ ਨਹੀਂ ਹੈ। ਮੈਂ ਸੋਚਿਆ ਉਸ ਨੂੰ ਦੱਸ ਦਊਂਗੀ ਕਿ ਮੇਰੀ ਮੰਗਣੀ ਹੋ ਚੁੱਕੀ ਹੈ ਤਾਂ ਉਸ ਦਾ ਦਿਲ ਖੁਦ ਹੀ ਟੁੱਟ ਜਾਵੇਗਾ ਤੇ ਉਹ ਉਦਾਸ ਹੋ ਕੇ ਇੱਥੋਂ ਚਲਾ ਜਾਵੇਗਾ ਤੇ ਮੇਰਾ ਪਿੱਛਾ ਵੀ ਛੱਡ ਦੇਵੇਗਾ। ਇੱਕ ਦਿਨ ਮਾਂ ਦੇ ਘਰ ਤੋਂ ਨਿਕਲਦੇ ਹੀ ਮੌਕਾ ਪਾ ਕੇ ਮੈਂ ਉਸ ਨੂੰ ਸਾਰੇ ਨਾਲ ਘਰ ਦੇ ਅੰਦਰ ਬੁਲਾ ਲਿਆ ਤੇ ਉਸ ਦੇ ਆਉਂਦੇ ਹੀ ਮੈਂ ਜਲਦੀ ਨਾਲ ਦਰਵਾਜ਼ੇ ਨੂੰ ਅੰਦਰ ਤੋਂ ਬੰਦ ਕਰ ਲਿਆ ਤਾਂ ਉਹ ਬੁਰੀ ਤਰ੍ਹਾਂ ਨਾਲ ਕੰਬ ਰਿਹਾ ਸੀ। ਮੈਂ ਕੁੜੀ ਸੀ, ਪਰ ਮੇਰੇ ਤੋਂ ਜ਼ਿਆਦਾ ਉਸ ਨੂੰ ਡਰ ਲੱਗ ਰਿਹਾ ਸੀ। ਮੈਂ ਉਸ ਨੂੰ ਰਿਲੈਕਸ ਹੋਣ ਨੂੰ ਕਿਹਾ ਤੇ ਕਿਹਾ ਕਿ ਦੱਸ ਤੂੰ ਮੇਰੇ ਨਾਲ ਕੀ ਗੱਲ ਕਰਨਾ ਚਾਹੁੰਦਾ ਹੈ। ਤਾਂ ਉਸਨੇ ਕਿਹਾ, ਜਿਸ ਦਿਨ ਤੋਂ ਉਸਨੇ ਮੈਨੂੰ ਦੇਖਿਆ ਹੈ ਦਿਲ ਦੇ ਹੱਥੋਂ ਮਜਬੂਰ ਹੋ ਕੇ ਰਹਿ ਗਿਆ ਹੈ। ਨਾ ਦਿਨ ਨੂੰ ਸਕੂਨ ਮਿਲਦਾ ਹੈ ਨਾ ਰਾਤ ਨੂੰ। ਰਾਤ ਪਰ ਇਸੇ ਇੰਤਜ਼ਾਰ ਵਿੱਚ ਗੁਜ਼ਾਰ ਦਿੰਦਾ ਹਾਂ ਕਿ ਕਦੋਂ ਦਿਨ ਨਿਕਲੇ ਤੇ ਉਹ ਮੇਰਾ ਦੀਦਾਰ ਕਰ ਸਕੇ। ਉਸਨੇ ਕਿਹਾ ਕਿ ਡੋਲੀ, ਮੈਨੂੰ ਗਲਤ ਨਾ ਸਮਝਣਾ, ਮੈਂ ਤੇਰਾ ਨਾਂ ਤੇ ਤੇਰੇ ਬਾਰੇ ਵਿੱਚ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ। ਮੈਂ ਕੋਈ ਧੋਖੇਬਾਜ਼ ਤੇ ਝੂਠਾ ਇਨਸਾਨ ਨਹੀਂ ਹਾਂ, ਪਰ ਪਿਆਰ ਤਾਂ ਪਿਆਰ ਹੈ, ਹੋ ਜਾਂਦਾ ਹੈ ਤੇ ਜਿਸ ਨਾਲ ਹੋ ਜਾਂਦਾ ਹੈ ਇਨਸਾਨ ਉਸ ਦੇ ਹੱਥੋਂ ਮਜਬੂਰ ਹੋ ਜਾਂਦਾ ਹੈ। ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਬਾਰੇ ਸਭ ਕੁਝ ਜਾਣਦਾ ਹੈ, ਪਰ ਸ਼ਾਇਦ ਇਹ ਨਹੀਂ ਜਾਣਦਾ ਕਿ ਮੇਰਾ ਰਿਸ਼ਤਾ ਹੋ ਗਿਆ ਹੈ। ਮੇਰਾ ਵਿਆਹ ਮੇਰੇ ਪਿਤਾ ਦੇ ਦੋਸਤ ਦੇ ਮੁੰਡੇ ਨਾਲ ਹੋ ਰਿਹਾ ਹੈ ਤੇ ਮੈਂ ਇੱਥੋਂ ਵਿਆਹ ਹੋਣ ਤੋਂ ਬਾਅਦ ਪਿੰਡ ਚਲੀ ਜਾਊਂਗੀ। ਮੇਰੇ ਸਹੁਰੇ ਪਿੰਡ ਵਿੱਚ ਹੀ ਹਨ। ਮੈਂ ਆਪਣੇ ਮਾਤਾ ਪਿਤਾ ਦੀ ਇੱਜ਼ਤ ਦਾ ਬਹੁਤ ਖਿਆਲ ਕਰਦੀ ਹਾਂ। ਤੈਨੂੰ ਕਿਸੇ ਝੂਠ ਦੇ ਸਹਾਰੇ ਨਹੀਂ ਰੱਖਣਾ ਚਾਹੁੰਦੀ, ਨਾ ਹੀ ਮੈਂ ਤੈਨੂੰ ਕਿਸੇ ਤਰ੍ਹਾਂ ਦਾ ਝੂਠ ਬੋਲਾਂ ਤੇ ਕੁਝ ਦਿਨਾਂ ਦੇ ਲਈ ਤੇਰੇ ਨਾਲ ਰਿਲੇਸ਼ਨਸ਼ਿਪ ਬਣਾ ਕੇ ਮੈਂ ਤੈਨੂੰ ਧੋਖਾ ਨਹੀਂ ਦੇਣਾ ਚਾਹੁੰਦੀ। ਇਹ ਸਭ ਸੁਣ ਕੇ ਉਹ ਥੋੜਾ ਉਦਾਸ ਹੋ ਗਿਆ ਸੀ, ਪਰ ਮੇਰੇ ਸੱਚ ਬੋਲਣ ਨਾਲ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਸੀ। ਉਸਨੇ ਦੱਸਿਆ ਕਿ ਇਹ ਨੁੱਕਰ ਵਾਲੀ ਦੁਕਾਨ ਉਸਦੇ ਪਿਤਾ ਦੀ ਹੈ। ਕਦੇ-ਕਦੇ ਉਹ ਉਸ ਦੁਕਾਨ ਤੇ ਬੈਠ ਜਾਂਦਾ ਹੈ ਤੇ ਉੱਥੇ ਹੀ ਉਸਦਾ ਘਰ ਵੀ ਹੈ। ਉਸਨੇ ਦੱਸਿਆ ਕਿ ਮੇਰੇ ਪਰਿਵਾਰ ਵਿੱਚ ਮੈਂ ਤੇ ਸਿਰਫ ਮੇਰੇ ਪਿਤਾ ਹਨ। ਅਸੀਂ ਦੋਵੇਂ ਇਸ ਦੁਕਾਨ ਤੋਂ ਆਪਣਾ ਗੁਜ਼ਾਰਾ ਚਲਾਉਂਦੇ ਹਾਂ, ਪਰ ਸਾਡੇ ਦੋਵਾਂ ਦੀ ਜ਼ਿੰਦਗੀ ਬਹੁਤ ਚੰਗੀ ਗੁਜ਼ਰ ਰਹੀ ਹੈ। ਮੇਰਾ ਵਿਆਹ ਹੋ ਜਾਵੇਗਾ ਤਾਂ ਸ਼ਾਇਦ ਇਸ ਘਰ ਵਿੱਚ ਕੋਈ ਔਰਤ ਆ ਜਾਵੇਗੀ। ਮੇਰੀ ਮਾਂ ਬਹੁਤ ਸਾਲ ਪਹਿਲਾਂ ਗੁਜ਼ਰ ਚੁੱਕੀ ਹੈ ਤੇ ਮੇਰੀ ਭੈਣ ਦਾ ਵਿਆਹ ਵੀ 2 ਸਾਲ ਪਹਿਲਾਂ ਹੋ ਗਿਆ ਹੈ। ਉਸਨੇ ਕਿਹਾ ਕਿ ਜ਼ਿੰਦਗੀ ਵਿੱਚ ਜੇ ਕਦੇ ਵੀ ਕੋਈ ਕੰਮ ਜਾਂ ਕੋਈ ਜ਼ਰੂਰਤ ਹੋਵੇ ਤਾਂ ਤੂੰ ਮੈਨੂੰ ਜ਼ਰੂਰ ਯਾਦ ਕਰਨਾ। ਭਲੇ ਹੀ ਤੂੰ ਮੇਰੀ ਕਿਸਮਤ ਵਿੱਚ ਤਾਂ ਨਹੀਂ ਹੈ, ਪਰ ਮੇਰੇ ਦਿਲ ਵਿੱਚ ਹਮੇਸ਼ਾ ਰਹੇਗੀ। ਮੈਂ ਉਸ ਦੀ ਫੀਲਿੰਗ ਦੀ ਕਦਰ ਕੀਤੀ ਤੇ ਉਹ ਵਿਚਾਰਾ ਥੋੜੀ ਦੇਰ ਬਾਅਦ ਮੇਰੇ ਘਰ ਤੋਂ ਖੁਦ ਹੀ ਚਲਾ ਗਿਆ ਸੀ। ਸਾਡੇ ਦੋਹਾਂ ਵਿਚਾਲੇ ਬਹੁਤ ਇੱਜ਼ਤ ਨਾਲ ਗੱਲ ਹੋਈ ਸੀ। ਉਹ ਮੈਨੂੰ ਆਮ ਮੁੰਡਿਆਂ ਤੋਂ ਬਿਲਕੁਲ ਅਲੱਗ ਲੱਗਿਆ ਸੀ। ਮੈਂ ਜਦੋਂ ਉਸ ਨੂੰ ਗਲੀ ਵਿੱਚ ਖੜਾ ਹੋਇਆ ਦੇਖਦੀ ਸੀ ਤਾਂ ਮੈਂ ਤਾਂ ਸਮਝਦੀ ਸੀ ਕਿ ਉਹ ਕੋਈ ਅਵਾਰਾ ਜਾਂ ਫਿਰ ਗੁੰਡਾ ਕਿਸਮ ਦਾ ਮੁੰਡਾ ਹੋਵੇਗਾ ਜੋ ਮੇਰੇ ਪਿੱਛੇ ਪਿਆ ਹੈ, ਪਰ ਉਸ ਦੇ ਨਾਲ ਗੱਲ ਕਰਕੇ ਮੈਨੂੰ ਅਹਿਸਾਸ ਹੋਇਆ ਸੀ ਕਿ ਸੱਚ ਵਿੱਚ ਮੈਨੂੰ ਕੋਈ ਇੰਨਾ ਪਿਆਰ ਵੀ ਕਰ ਸਕਦਾ ਹੈ। ਇਹ ਸਭ ਸੋਚ ਕੇ ਮੇਰੀ ਵੀ ਅੱਖ ਭਰ ਆਈ ਸੀ ਤੇ ਜਾਂਦੇ ਜਾਂਦੇ ਸਮੇਂ ਉਹ ਮੈਨੂੰ ਗੁੱਡ ਬਾਏ ਬੋਲ ਕੇ ਗਿਆ ਤਾਂ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਦੇਖੇ ਸੀ। ਮੈਨੂੰ ਉਹ ਸੱਚੇ ਦਿਲ ਤੋਂ ਚਾਹਣ ਵਾਲਾ ਇਨਸਾਨ ਲੱਗਿਆ ਸੀ ਤੇ ਇੰਨੇ ਚੰਗੇ ਇਨਸਾਨ ਨੂੰ ਗਵਾਉਣ ਦਾ ਮੈਨੂੰ ਬਹੁਤ ਦੁੱਖ ਹੋਇਆ ਸੀ। ਇਸ ਦੇ ਬਾਅਦ ਜਦੋਂ ਵੀ ਮੈਂ ਘਰ ਤੋਂ ਕਿਸੇ ਕੰਮ ਦੇ ਲਈ ਨਿਕਲਦੀ ਸੀ ਤਾਂ ਉਹ ਮੈਨੂੰ ਆਪਣੀ ਦੁਕਾਨ ਵਿੱਚ ਬੈਠਿਆ ਹੋਇਆ ਦਿਖ ਜਾਂਦਾ ਸੀ। ਉਸ ਦੀ ਦੁਕਾਨ ਤੋਂ ਅੱਗੇ ਨਿਕਲਦੇ ਹੋਏ ਮੈਨੂੰ ਵੀ ਆਪਣੀਆਂ ਅੱਖਾਂ ਤੇ ਕਾਬੂ ਕਰਨਾ ਨਹੀਂ ਆਉਂਦਾ ਸੀ। ਮੈਂ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਨਜ਼ਰ ਉਠਾ ਕੇ ਦੇਖ ਹੀ ਲੈਂਦੀ ਸੀ। ਜਦੋਂ ਮੈਂ ਉਸ ਨੂੰ ਦੇਖਦੀ ਸੀ ਤਾਂ ਉਹ ਮੇਰੇ ਦਿਲ ਦੀਆਂ ਗਹਿਰਾਈਆਂ ਤੱਕ ਉਤਰ ਜਾਂਦਾ ਸੀ। ਉਹ ਬਹੁਤ ਹੀ ਚੰਗਾ ਤੇ ਸ਼ਰੀਫ ਮੁੰਡਾ ਸੀ। ਉਸ ਦਿਨ ਦੇ ਬਾਅਦ ਉਸਨੇ ਮੈਨੂੰ ਕਦੇ ਤੰਗ ਨਹੀਂ ਕੀਤਾ ਤੇ ਨਾ ਹੀ ਕਦੇ ਉਸ ਦਿਨ ਦੇ ਬਾਅਦ
ਉਸਨੇ ਮੇਰੇ ਨਾਲ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਬਸ ਕਦੇ-ਕਦੇ ਸਾਡੇ ਦੋਵਾਂ ਦੀ ਨਜ਼ਰ ਇੱਕ ਦੂਜੇ ਦੀਆਂ ਨਜ਼ਰਾਂ ਨਾਲ ਮਿਲ ਜਾਇਆ ਕਰਦੀ ਸੀ। ਜਾਣੇ ਅਣਜਾਣੇ ਮੈਨੂੰ ਵੀ ਪਤਾ ਨਹੀਂ ਚੱਲਿਆ ਕਿ ਮੈਂ ਵੀ ਕਦੋਂ ਉਸ ਨੂੰ ਪਸੰਦ ਕਰਨ ਲੱਗੀ ਸੀ ਤੇ ਮੇਰੇ ਦਿਲ ਵਿੱਚ ਵੀ ਉਸ ਦੇ ਲਈ ਪਿਆਰ ਜਾਗਣ ਲੱਗਿਆ ਸੀ। ਪਰ ਪਿਤਾ ਦੀ ਇੱਜ਼ਤ ਦੀ ਖਾਤਰ ਮੈਂ ਆਪਣੀ ਫੀਲਿੰਗ ਤੇ ਕੰਟਰੋਲ ਕੀਤਾ। ਮੈਨੂੰ ਸਿਰਫ ਤੇ ਸਿਰਫ ਆਪਣੇ ਪਿਤਾ ਜੀ ਇੱਜ਼ਤ ਦੀ ਪਰਵਾਹ ਸੀ। ਮੇਰੇ ਪਿਤਾ ਦੂਜੇ ਦੇਸ਼ ਵਿੱਚ ਮੇਰੇ ਲਈ ਮਿਹਨਤ ਕਰ ਰਹੇ ਸੀ। ਮੈਂ ਉਹਨਾਂ ਦੀ ਇੱਜ਼ਤ ਤੇ ਕਿਵੇਂ ਦਾਗ ਲੱਗਣ ਦੇ ਸਕਦੀ ਸੀ? ਇਸ ਲਈ ਮੈਂ ਆਪਣੇ ਦਿਲ ਨੂੰ ਸੰਭਾਲ ਲਿਆ ਸੀ ਕਿ ਉਹ ਮੈਨੂੰ ਕਿੰਨਾ ਵੀ ਚਾਹੁੰਦਾ ਹੋਵੇ ਤੇ ਚੰਗਾ ਲੱਗਦਾ ਹੋਵੇ, ਪਰ ਮੇਰੀ ਕਿਸਮਤ ਮੇਰੇ ਪਿਤਾ ਦੇ ਫੈਸਲੇ ਦੀ ਮੁਹਤਾਜ ਸੀ। ਫਿਰ ਕਦੇ ਮੇਰੀ ਨਾ ਉਸ ਨਾਲ ਕੋਈ ਗੱਲ ਹੋਈ, ਨਾ ਹੀ ਮੈਂ ਜ਼ਿਆਦਾ ਜਾਣ ਪਛਾਣ ਵਧਾਈ। ਬਸ ਅੱਖਾਂ ਹੀ ਅੱਖਾਂ ਵਿੱਚ ਅੱਖਾਂ ਦੀ ਜ਼ਰੂਰਤ ਪੂਰੀ ਹੁੰਦੀ ਰਹੀ। ਇਸ ਤਰ੍ਹਾਂ ਨਾਲ ਅਗਲੇ 4 ਮਹੀਨੇ ਤੱਕ ਇਦਾਂ ਹੀ ਚੱਲਦਾ ਰਿਹਾ ਤੇ 4 ਮਹੀਨੇ ਬਾਅਦ ਪਿਤਾ ਜੀ ਨੇ ਵਿਦੇਸ਼ ਤੋਂ ਬਹੁਤ ਸਾਰਾ ਸਮਾਨ ਤੇ ਮੇਰੇ ਦਹੇਜ ਲਈ ਬਹੁਤ ਸਾਰੇ ਪੈਸੇ ਵੀ ਭੇਜ ਦਿੱਤੇ ਸੀ। ਮੇਰੀ ਮਾਂ ਨੇ ਇਕੱਲੇ ਹੀ ਮੇਰਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ ਤੇ ਮੇਰੇ ਸਹੁਰੇ ਵਿੱਚ ਕਹਿ ਦਿੱਤਾ ਸੀ ਕਿ ਉਹ ਕੁਝ ਲੋਕਾਂ ਨੂੰ ਲੈ ਕੇ ਮੇਰੇ ਘਰ ਬਰਾਤ ਲੈ ਕੇ ਆ ਜਾਣ। ਮੈਂ ਆਪਣੀ ਮਾਂ ਨੂੰ ਇਹ ਵਿਆਹ ਕਰਨ ਲਈ ਬਹੁਤ ਰੋਕਿਆ ਕਿ ਪਿਤਾ ਜੀ ਤੇ ਆਉਣ ਤੋਂ ਪਹਿਲਾਂ ਮੇਰੇ ਤੇ ਇਹ ਜ਼ੁਲਮ ਨਾ ਕਰੋ, ਮੈਂ ਆਪਣੇ ਪਿਤਾ ਜੀ ਦੇ ਆਸ਼ੀਰਵਾਦ ਦੇ ਨਾਲ ਵਿਦਾ ਹੋਣਾ ਹੈ। ਪਰ ਮੇਰੀ ਮਾਂ ਨੇ ਮੇਰੀ ਇੱਕ ਨਹੀਂ ਸੁਣੀ। ਕੁਝ ਦਿਨ ਬਾਅਦ ਪਿੰਡ ਤੋਂ ਕੁਝ ਲੋਕ ਆ ਕੇ ਵਿਆਹ ਦੀ ਤਰੀਕ ਫਿਕਸ ਕਰਕੇ ਚਲੇ ਗਏ। ਮੈਂ ਹੁਣ ਤੱਕ ਮੁੰਡੇ ਦੀ ਫੋਟੋ ਨਹੀਂ ਦੇਖੀ ਸੀ ਤੇ ਦਿਨ ਰਾਤ ਮੈਂ ਰੋਂਦੀ ਰਹਿੰਦੀ ਸੀ। ਮਾਂ ਨੇ ਪਿਤਾ ਜੀ ਨੂੰ ਕਹਿ ਕੇ ਆਪਣਾ ਫੈਸਲਾ ਜ਼ਬਰਦਸਤੀ ਮਨਵਾ ਲਿਆ ਸੀ। ਪਿਤਾ ਜੀ ਨੇ ਫੋਨ ਤੇ ਗੱਲ ਕੀਤੀ ਤੇ ਵਿਆਹ ਦੇ ਲਈ ਰਾਜ਼ੀ ਹੋਣ ਨੂੰ ਕਿਹਾ। ਪਿਤਾ ਜੀ ਮੈਨੂੰ ਕਹਿਣ ਲੱਗੇ, ਮੇਰਾ ਆਸ਼ੀਰਵਾਦ ਹਮੇਸ਼ਾ ਮੇਰੀ ਧੀ ਦੇ ਨਾਲ ਰਹੇਗਾ। ਮੈਂ ਹਮੇਸ਼ਾ ਆਪਣੇ ਪਿਤਾ ਦੀ ਗੱਲ ਦੇ ਅੱਗੇ ਝੁਕ ਜਾਂਦੀ ਸੀ ਤੇ ਉਸ ਤੋਂ ਬਾਅਦ ਮੈਂ ਵੀ ਪਿਤਾ ਜੀ ਦੇ ਕਹਿਣ ਤੇ ਚੁੱਪ ਹੀ ਰਹੀ ਤੇ ਉਹਨਾਂ ਦੀ ਗੱਲ ਨੂੰ ਮੰਨ ਲਿਆ। ਵਿਆਹ ਦੀਆਂ ਤਿਆਰੀਆਂ ਵੱਧਦੀਆਂ ਗਈਆਂ। ਹੌਲੀ-ਹੌਲੀ ਮੇਰਾ ਦਮ ਘੁੱਟਣ ਲੱਗਿਆ ਸੀ। ਕੋਈ ਵੀ ਇਦਾਂ ਦਾ ਇਨਸਾਨ ਨਹੀਂ ਸੀ ਜੋ ਮੇਰੀ ਸਾਈਡ ਲੈ ਸਕਦਾ ਸੀ, ਜੋ ਮੈਨੂੰ ਤਸੱਲੀ ਦਿੰਦਾ। ਮੇਰੀ ਮਾਤਾ ਬਸ ਹਰ ਸਮੇਂ ਸ਼ੋਪਿੰਗ ਕਰਨ ਵਿੱਚ ਲੱਗੀ ਰਹਿੰਦੀ ਸੀ। ਉਹ ਪਿਤਾ ਜੀ ਦੀ ਕਮਾਈ ਨੂੰ ਦੋਵੇਂ ਹੱਥਾਂ ਨਾਲ ਉਡਾਉਣ ਵਿੱਚ ਲੱਗੀ ਹੋਈ ਸੀ। ਕੁਝ ਕੱਪੜੇ ਮੇਰੇ ਵਿਆਹ ਲਈ ਬਣਵਾਉਂਦੀ ਤਾਂ ਆਪਣੇ ਲਈ ਉਸ ਤੋਂ ਡਬਲ ਕੱਪੜੇ ਲੈ ਕੇ ਆਉਂਦੀ। ਮਾਂ ਨੇ ਗੁਆਂਢ ਵਿੱਚ ਵਿਆਹ ਦਾ ਇਨਵੀਟੇਸ਼ਨ ਵੀ ਦੇਣਾ ਸ਼ੁਰੂ ਕਰ ਦਿੱਤਾ ਸੀ ਤੇ ਉਹਨਾਂ ਔਰਤਾਂ ਨੂੰ ਆਪਣੇ ਨਾਲ ਸ਼ੋਪਿੰਗ ਤੇ ਲੈ ਕੇ ਜਾਂਦੀ ਸੀ। ਮੇਰੀ ਮਾਂ ਨੇ ਮੇਰੀ ਕੋਈ ਵੀ ਇੱਛਾ ਨਹੀਂ ਪੁੱਛੀ ਸੀ ਕਿ ਮੈਨੂੰ ਕੀ ਪਸੰਦ ਹੈ, ਮੈਂ ਸਹੁਰੇ ਕੀ ਲੈ ਕੇ ਜਾਣਾ ਚਾਹੁੰਦੀ ਹਾਂ, ਕੁਝ ਵੀ ਨਹੀਂ। ਬਸ ਉਹ ਸਾਰੇ ਕੰਮ ਆਪਣੀ ਮਰਜ਼ੀ ਨਾਲ ਹੀ ਕਰ ਰਹੀ ਸੀ। ਉਹ ਬਹਾਨੇ ਨਾਲ ਸ਼ੋਪਿੰਗ ਤੇ ਨਿਕਲ ਜਾਂਦੀ ਸੀ ਤੇ ਆਪਣੇ ਦੋਸਤਾਂ ਦੇ ਨਾਲ ਹੋਟਲ ਵਿੱਚ ਖਾਣਾ ਖਾ ਕੇ ਆਉਂਦੀ ਸੀ। ਪਿਤਾ ਜੀ ਦਾ ਪੈਸਾ ਮਾਂ ਨੂੰ ਬਹੁਤ ਚੰਗਾ ਲੱਗ ਰਿਹਾ ਸੀ। ਮਾਂ ਜਦੋਂ ਆਪਣੇ ਦੋਸਤਾਂ ਤੇ ਪੈਸੇ ਖਰਚ ਕਰਿਆ ਕਰਦੀ ਸੀ ਤਾਂ ਉਹਨਾਂ ਦੀ ਦੋਸਤ ਮਾਂ ਨੂੰ ਹੋਰ ਵੀ ਜ਼ਿਆਦਾ ਇੱਜ਼ਤ ਦੇਣ ਲੱਗੀ ਸੀ। ਮਾਂ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ ਹੋ ਜਾਇਆ ਕਰਦੀ ਸੀ। ਮੈਂ ਮਾਂ ਨੂੰ ਸਮਝਾਉਣ ਲੱਗਦੀ ਤਾਂ ਉਹ ਮੈਨੂੰ ਗੁੱਸਾ ਕਰਕੇ ਚੁੱਪ ਕਰਾ ਦਿੰਦੀ ਸੀ ਕਿ ਤੇਰੇ ਪਿਤਾ ਸਾਰੀ ਮਿਹਨਤ ਸਿਰਫ ਤੇਰੇ ਇਕੱਲੇ ਲਈ ਨਹੀਂ ਕਰ ਰਹੇ। ਮੈਂ ਉਹਨਾਂ ਦੀ ਪਤਨੀ ਹਾਂ। ਸਭ ਤੋਂ ਪਹਿਲਾਂ ਉਹਨਾਂ ਦੀ ਕਮਾਈ ਤੇ ਮੇਰਾ ਹੱਕ ਬਣਦਾ ਹੈ। ਮੇਰੀ ਮਾਂ ਨੇ ਆਪਣੇ ਆਪ ਨੂੰ ਬੁਰੀ ਤਰ੍ਹਾਂ ਨਾਲ ਵਿਗਾੜ ਰੱਖਿਆ ਸੀ। ਉਹਨਾਂ ਨੂੰ ਘਰ ਦੀ ਤੇ ਆਪਣੀ ਜਵਾਨ ਕੁੜੀ ਦੀ ਕੋਈ ਚਿੰਤਾ ਨਹੀਂ ਸੀ। ਉਹ ਪਿਤਾ ਜੀ ਦੀ ਕਮਾਈ ਨੂੰ ਆਪਣੇ ਕੋਲ ਸੰਭਾਲ ਕੇ ਨਹੀਂ ਰੱਖ ਰਹੀ ਸੀ, ਬਲਕਿ ਬੇਵਜ੍ਹਾ ਦੀਆਂ ਚੀਜ਼ਾਂ ਵਿੱਚ ਉਡਾ ਦਿਆ ਕਰਦੀ ਸੀ। ਨਵੇਂ-ਨਵੇਂ ਕੱਪੜੇ ਬਣਾਉਣਾ, ਸਹੇਲੀਆਂ ਦੇ ਨਾਲ ਬਾਹਰ ਘੁੰਮਣ ਜਾਣਾ, ਹੋਟਲ ਵਿੱਚ ਖਾਣਾ ਖਾਣਾ, ਇਹ ਸਾਰੇ ਸ਼ੌਂਕ ਉਹਨਾਂ ਨੇ ਬਣਾ ਲਏ ਸੀ। ਮਾਂ ਨੂੰ ਮੁਹੱਲੇ ਦੀਆਂ ਔਰਤਾਂ ਤੋਂ ਆਪਣੀ ਤਾਰੀਫ ਸੁਣਨਾ ਬਹੁਤ ਚੰਗਾ ਲੱਗਦਾ ਸੀ। ਮਾਂ ਮੈਨੂੰ ਵੀ ਇਸ ਲਈ ਜਲਦੀ ਤੋਂ ਜਲਦੀ ਵਿਆਹ ਕਰਾ ਕੇ ਇੱਥੋਂ ਭੇਜ ਦੇਣਾ ਚਾਹੁੰਦੀ ਸੀ ਤਾਂ ਕਿ ਉਹ ਬੇਫਿਕਰ ਹੋ ਕੇ ਆਰਾਮ ਨਾਲ ਆਪਣੀ ਜ਼ਿੰਦਗੀ ਸਕੂਨ ਨਾਲ ਗੁਜ਼ਾਰ ਸਕੇ। ਮੈਨੂੰ ਲੱਗਦਾ ਸੀ ਜਿਵੇਂ ਉਹ ਮੇਰੀ ਸਕੀ ਮਾਂ ਨਹੀਂ ਬਲਕਿ ਸੌਤੇਲੀ ਮਾਂ ਹੈ। ਮੈਂ ਅੰਦਰ ਤੋਂ ਟੁੱਟ ਕੇ ਰਹਿ ਗਈ ਸੀ। ਮਾਂ ਨੇ ਥੋੜੇ ਜਿਹੇ ਕੱਪੜੇ ਤੇ ਥੋੜਾ ਜਿਹਾ ਸਮਾਨ ਮੇਰੇ ਦਹੇਜ ਲਈ ਇਕੱਠਾ ਕਰ ਲਿਆ ਸੀ। ਬਸ ਉਹ ਆਪਣੀ ਜ਼ਿੰਮੇਵਾਰੀ ਤੋਂ ਆਜ਼ਾਦ ਹੋ ਕੇ ਬੈਠ ਗਈ ਸੀ। ਨਾ ਧੀ ਨੂੰ ਘਰ ਦਾ ਕੰਮ ਸਿਖਾਉਣ ਵਿੱਚ ਉਸ ਨੂੰ ਨਸੀਹਤ ਦਿੰਦੀ ਸੀ, ਨਾ ਰਹਿਣ ਸਹਿਣ ਦੇ ਤਰੀਕੇ ਸਿਖਾਉਂਦੀ ਸੀ। ਹਮੇਸ਼ਾ ਘੁੰਮਣ ਫਿਰਨ ਤੇ ਮੇਕਅਪ ਕਰਨ ਵਿੱਚ ਹੀ ਲੱਗੀ ਰਹਿੰਦੀ ਸੀ। ਪਿਤਾ ਜੀ ਦੇ ਜਾਣ ਤੋਂ ਬਾਅਦ ਮਾਂ ਨੇ ਆਪਣੇ ਆਪ ਨੂੰ ਹੋਰ ਵੀ ਜ਼ਿਆਦਾ ਜਵਾਨ ਬਣਾ ਲਿਆ ਸੀ। ਮੇਰੇ ਵਿਆਹ ਦੀ ਤਰੀਕ ਫਿਕਸ ਹੋ ਚੁੱਕੀ ਸੀ ਤੇ ਹੌਲੀ-ਹੌਲੀ ਮੇਰੇ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਤੇ ਮੈਂ ਹਰ ਰੋਜ਼ ਚੁੱਲ੍ਹੇ ਤੇ ਜਲ ਰਹੀ ਸੀ। ਮੇਰੀ ਮਾਂ ਨੇ ਮੇਰੇ ਸਾਰੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਸੀ। ਮੈਂ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦੀ ਸੀ, ਪਰ ਵਿਆਹ ਹੋਣ ਦੇ ਬਾਅਦ ਮੇਰੇ ਸਾਰੇ ਸ਼ੌਂਕ ਖਤਮ ਹੋਣ ਵਾਲੇ ਸੀ। ਮੇਰੀ ਮਾਂ ਨੂੰ ਨਾ ਮੇਰੇ ਆਰਾਮ ਦਾ ਕੁਝ ਖਿਆਲ ਸੀ, ਨਾ ਹੀ ਮੇਰੇ ਵਿਆਹ ਦੀ ਕੋਈ ਚਿੰਤਾ ਸੀ। ਮਾਂ ਕਹਿੰਦੀ ਸੀ ਕਿ ਪਿੰਡ ਦੇ ਲੋਕ ਜ਼ਿਆਦਾ ਮੇਕਅਪ ਵਗੈਰਾ ਨਹੀਂ ਜਾਣਦੇ, ਇਸ ਲਈ ਤੂੰ ਜਿੱਦਾਂ ਦੀ ਹੈ ਉਦਾਂ ਦੀ ਠੀਕ ਹੈ, ਤੈਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਵੈਸੇ ਵੀ ਤਾਂ ਸੋਹਣੀ ਹੈ, ਤੇਰੇ ਪਤੀ ਨੇ ਤੈਨੂੰ ਇਦਾਂ ਹੀ ਪਸੰਦ ਕਰ ਲਿਆ ਹੈ। ਇਹ ਸਭ ਸੁਣ ਕੇ ਮੇਰਾ ਦਿਲ ਟੁੱਟ ਜਾਂਦਾ ਸੀ ਕਿ ਜਦੋਂ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੈ
ਤਾਂ ਮੇਰਾ ਰਿਸ਼ਤਾ ਪਿੰਡ ਵਿੱਚ ਕਿਉਂ ਕੀਤਾ ਸੀ। ਕਦੇ-ਕਦੇ ਤਾਂ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਅਮਨ ਦੇ ਨਾਲ ਭੱਜ ਜਾਵਾਂ। ਅਮਨ ਜੋ ਮੈਨੂੰ ਬਹੁਤ ਪਿਆਰ ਕਰਦਾ ਸੀ, ਪਰ ਪਿਤਾ ਜੀ ਦਾ ਖਿਆਲ ਹਰ ਸਮੇਂ ਮੈਨੂੰ ਰੋਕ ਲੈਂਦਾ ਸੀ। ਵਿਆਹ ਤੋਂ ਪਹਿਲਾਂ ਮੈਂ ਆਖਰੀ ਵਾਰ ਅਮਨ ਨਾਲ ਮਿਲ ਕੇ ਉਸ ਦੇ ਨਾਲ ਗੱਲਾਂ ਕਰਕੇ ਆਪਣੇ ਦਿਲ ਦਾ ਬੋਝ ਉਤਾਰਨਾ ਚਾਹੁੰਦੀ ਸੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਦੁਨੀਆ ਵਿੱਚ ਇਕੱਲਾ ਉਹੀ ਇੱਕ ਇਨਸਾਨ ਹੈ ਜਿਸ ਨੂੰ ਮੇਰੀ ਪਰਵਾਹ ਹੈ, ਜਿਸ ਦੇ ਲਈ ਹਰ ਚੀਜ਼ ਤੋਂ ਵੱਧ ਕੇ ਸਿਰਫ ਮੈਂ ਹਾਂ। ਇੱਕ ਦਿਨ ਮਾਂ ਦੇ ਘਰ ਤੋਂ ਜਾਣ ਤੋਂ ਬਾਅਦ ਮੈਂ ਵੀ ਘਰ ਨੂੰ ਜਿੰਦਾ ਲਗਾ ਕੇ ਚੁੱਪਚਾਪ ਅਮਨ ਦੀ ਦੁਕਾਨ ਤੇ ਚਲੀ ਗਈ ਤੇ ਮੈਂ ਉਸ ਦੀ ਦੁਕਾਨ ਤੇ ਚੜ੍ਹ ਗਈ। ਮੈਨੂੰ ਦੇਖ ਕੇ ਉਹ ਤੁਰੰਤ ਉੱਠ ਖੜਾ ਹੋਇਆ ਸੀ। ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਇਆ ਸੀ। ਉਸ ਦੇ ਚਿਹਰੇ ਦੀ ਖੁਸ਼ੀ ਸਾਫ਼ ਦੱਸ ਰਹੀ ਸੀ ਕਿ ਉਹ ਮੈਨੂੰ ਕਿੰਨਾ ਪਿਆਰ ਕਰਦਾ ਹੈ। ਫਿਰ ਮੈਂ ਲੈਟਰ ਉਸ ਨੂੰ ਦਿੱਤਾ। ਉਸ ਵਿੱਚ ਲਿਖਿਆ ਹੋਇਆ ਸੀ, ਕੱਲ ਦੁਪਹਿਰ ਦੇ 3 ਵਜੇ ਮੈਨੂੰ ਲੈਣ ਆ ਜਾਣਾ। ਮੈਂ ਤੇਰੇ ਨਾਲ ਦੂਰ ਇਕੱਲੇ ਵਿੱਚ ਕੁਝ ਗੱਲਾਂ ਕਰਨਾ ਚਾਹੁੰਦੀ ਹਾਂ। ਉਹ ਲੈਟਰ ਉਸਨੇ ਬਿਨਾਂ ਪੜ੍ਹੇ ਆਪਣੀ ਜੇਬ ਵਿੱਚ ਪਾ ਲਿਆ ਸੀ ਤੇ ਮੈਂ ਵਾਪਸ ਆਪਣੇ ਘਰ ਚਲੀ ਗਈ। ਰੋਜ਼ ਮਾਂ 3 ਵਜੇ ਆਪਣੇ ਦੋਸਤਾਂ ਦੇ ਨਾਲ ਕਿਤੇ ਨਾ ਕਿਤੇ ਜਾਇਆ ਕਰਦੀ ਸੀ। ਮਾਂ ਘਰ ਤੋਂ ਚਲੀ ਗਈ ਸੀ ਤੇ ਮੈਂ ਇਕੱਲੀ ਸੀ, ਇਸ ਲਈ ਦਿਲ ਦੇ ਸਾਰੇ ਬੋਝ ਉਤਾਰਨਾ ਚਾਹੁੰਦੀ ਸੀ। ਅਗਲੇ ਦਿਨ ਜਦੋਂ ਮਾਂ ਚਲੀ ਗਈ ਤਾਂ ਉਹਨਾਂ ਦੇ ਨਾਲ ਹੀ ਮੈਂ ਘਰ ਦੇ ਦਰਵਾਜ਼ੇ ਨੂੰ ਅੰਦਰ ਤੋਂ ਬੰਦ ਕਰ ਲਿਆ ਤਾਂ ਕਿ ਉਹਨਾਂ ਨੂੰ ਲੱਗੇ ਮੈਂ ਘਰ ਦੇ ਅੰਦਰ ਹੀ ਹਾਂ। ਜਿਵੇਂ ਹੀ 3 ਵਜੇ ਅਮਨ ਆਪਣੀ ਬਾਈਕ ਨਾਲ ਗਲੀ ਵਿੱਚ ਮੌਜੂਦ ਸੀ, ਮੇਰੀ ਨਜ਼ਰ ਉਸ ਤੇ ਪਈ ਤਾਂ ਮੈਂ ਮੁਸਕਰਾ ਦਿੱਤੀ। ਸਾਹਮਣੇ ਉਹ ਵੀ ਮੈਨੂੰ ਦੇਖ ਕੇ ਮੁਸਕਰਾ ਰਿਹਾ ਸੀ। ਮਾਂ ਤਾਂ ਘਰ ਤੋਂ ਜਾ ਚੁੱਕੀ ਸੀ। ਹੁਣ ਮੇਰੇ ਕੋਲ ਚੰਗਾ ਬਹਾਨਾ ਸੀ। ਮੈਂ ਅਮਨ ਨੂੰ ਇਸ਼ਾਰਾ ਕਰਕੇ ਰੁਕਣ ਲਈ ਕਿਹਾ ਤੇ ਆਪਣੇ ਮੂੰਹ ਨੂੰ ਚੁੰਨੀ ਨਾਲ ਚੰਗੀ ਤਰ੍ਹਾਂ ਢੱਕ ਲਿਆ ਸੀ ਤਾਂ ਕਿ ਮੈਨੂੰ ਕੋਈ ਪਹਿਚਾਣ ਨਾ ਸਕੇ। ਵੈਸੇ ਵੀ ਮਾਂ ਨੂੰ ਤਾਂ ਸ਼ਾਮ ਦੇ ਸਮੇਂ ਹੀ ਵਾਪਸ ਆਉਣਾ ਸੀ। ਮੈਨੂੰ ਡਰ ਸੀ ਕਿ ਕਿਤੇ ਕੋਈ ਮੈਨੂੰ ਉਸ ਨਾਲ ਪਹਿਚਾਣ ਨਾ ਲਵੇ, ਇਸ ਲਈ ਮੈਨੂੰ ਆਪਣਾ ਚਿਹਰਾ ਲੁਕਾਉਣਾ ਜ਼ਰੂਰੀ ਸੀ। ਮੈਂ ਥੋੜੀ ਦੂਰ ਪੈਦਲ ਚੱਲਣ ਤੋਂ ਬਾਅਦ ਉਸ ਨਾਲ ਬਾਈਕ ਤੇ ਬੈਠ ਗਈ। ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਕਿਸੇ ਅਣਜਾਣ ਮੁੰਡੇ ਦੇ ਨਾਲ ਬਾਈਕ ਤੇ ਬੈਠੀ ਸੀ। ਉਸਨੇ ਬਾਈਕ ਸਟਾਰਟ ਕਰਦੇ ਸਮੇਂ ਮੈਨੂੰ ਸੰਭਲ ਕੇ ਬੈਠਣ ਨੂੰ ਕਿਹਾ। ਮੈਂ ਆਪਣਾ ਇੱਕ ਹੱਥ ਉਸ ਦੇ ਕੰਧੇ ਤੇ ਰੱਖ ਲਿਆ ਸੀ। ਉਹ ਬਹੁਤ ਖੁਸ਼ ਹੋ ਗਿਆ ਸੀ ਤੇ ਫਿਰ ਅਸੀਂ ਬਹੁਤ ਦੂਰ ਤੱਕ ਚਲਦੇ ਚਲੇ ਜਾ ਰਹੇ ਸੀ। ਥੋੜੀ ਦੇਰ ਦੇ ਬਾਅਦ ਉਸਨੇ ਬਾਈਕ ਹੋਟਲ ਦੇ ਸਾਹਮਣੇ ਰੋਕ ਦਿੱਤੀ। ਉਸ ਦੇ ਬਾਅਦ ਅਸੀਂ ਹੋਟਲ ਦੇ ਅੰਦਰ ਚਲੇ ਗਏ। ਉੱਥੇ ਬਹੁਤ ਸਾਰੇ ਲੋਕ ਬੈਠੇ ਹੋਏ ਸੀ, ਪਰ ਕੋਈ ਵੀ ਸਾਨੂੰ ਨਹੀਂ ਜਾਣਦਾ ਸੀ। ਅਸੀਂ ਦੋਵੇਂ ਇੱਕ ਕੋਨੇ ਦੀ ਜਗ੍ਹਾ ਤੇ ਕੁਰਸੀ ਤੇ ਬੈਠ ਗਏ ਤੇ ਅਮਨ ਨੇ 2 ਕੋਲਡ ਡਰਿੰਕ ਆਰਡਰ ਕਰ ਦਿੱਤੇ। ਬਹੁਤ ਦੇਰ ਤੱਕ ਅਸੀਂ ਦੋਵੇਂ ਖਾਮੋਸ਼ ਬੈਠੇ ਰਹੇ। ਨਾ ਸਾਡੇ ਦੋਵਾਂ ਵਿੱਚ ਕੋਈ ਰਿਸ਼ਤਾ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਰਿਸ਼ਤੇ ਦੀ ਕੋਈ ਉਮੀਦ ਸੀ, ਪਰ ਫਿਰ ਵੀ ਅਸੀਂ ਦੋਵੇਂ ਇਕੱਠੇ ਨਿਕਲ ਆਏ ਸੀ ਕਿਉਂਕਿ ਕੁਝ ਵੀ ਨਹੀਂ ਸੀ, ਪਰ ਦੋਹਾਂ ਦੇ ਦਿਲ ਵਿੱਚ ਪਿਆਰ ਫਿਰ ਵੀ ਸੀ। ਵੇਟਰ ਵੀ ਇੰਨੀ ਦੇਰ ਵਿੱਚ ਕੋਲਡ ਡਰਿੰਕ ਲੈ ਕੇ ਆ ਗਿਆ ਸੀ। ਅਮਨ ਨੇ ਮੈਨੂੰ ਕਿਹਾ ਕਿ ਜੇ ਤੂੰ ਕੁਝ ਹੋਰ ਖਾਣਾ ਚਾਹੁੰਦੀ ਹੈ ਤਾਂ ਮੈਂ ਤੇਰੇ ਲਈ ਆਰਡਰ ਕਰ ਦੇਣਾ ਹਾਂ। ਮੈਂ ਕਿਹਾ ਨਹੀਂ, ਮੈਂ ਕੁਝ ਨਹੀਂ ਖਾਣਾ ਚਾਹੁੰਦੀ। ਸਾਡੇ ਦੋਵਾਂ ਦੀ ਗੱਲ ਇਸ ਤਰ੍ਹਾਂ ਨਾਲ ਸ਼ੁਰੂ ਹੋਈ ਸੀ। ਮੈਂ ਕਿਹਾ, ਅਮਨ ਸ਼ਾਇਦ ਇਹ ਇਸ ਤਰ੍ਹਾਂ ਨਾਲ ਅੱਜ ਸਾਡੀ ਪਹਿਲੀ ਤੇ ਆਖਰੀ ਮੁਲਾਕਾਤ ਹੋਵੇਗੀ ਤੇ ਫਿਰ 4 ਦਿਨਾਂ ਬਾਅਦ ਮੈਂ ਹਮੇਸ਼ਾ ਦੇ ਲਈ ਕਿਸੇ ਹੋਰ ਦੀ ਬਣ ਜਾਊਂਗੀ। ਪਰ ਇਸ ਤੋਂ ਪਹਿਲਾਂ ਮੈਂ ਆਪਣੇ ਦਿਲ ਦਾ ਬੋਝ ਉਤਾਰਨਾ ਚਾਹੁੰਦੀ ਹਾਂ ਤੇ ਤੈਨੂੰ ਸੱਚਾਈ ਦੱਸਣਾ ਚਾਹੁੰਦੀ ਹਾਂ ਕਿ ਤੇਰਾ ਪਿਆਰ ਇੱਕ ਤਰਫਾ ਨਹੀਂ ਹੈ। ਅਮਨ, ਤੇਰੇ ਪਿਆਰ ਵਿੱਚ ਇੰਨੀ ਤਾਕਤ ਸੀ ਕਿ ਮੈਂ ਵੀ ਤੈਨੂੰ ਪਿਆਰ ਕਰਨ ਦੇ ਲਈ ਮਜਬੂਰ ਹੋ ਗਈ ਹਾਂ। ਪਰ ਕਿਸਮਤ ਇਦਾਂ ਦੀ ਹੈ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਮੇਰਾ ਰਿਸ਼ਤਾ ਹੋ ਜਾਣ ਦੇ ਬਾਅਦ ਆਇਆ ਹੈ। ਜੇ ਤੂੰ ਪਹਿਲਾਂ ਆ ਜਾਂਦਾ ਤਾਂ ਮੈਂ ਸਾਰੀ ਦੁਨੀਆ ਨਾਲ ਲੜ ਕੇ ਵੀ ਤੇਰੇ ਇਲਾਵਾ ਕਿਸੇ ਹੋਰ ਨਾਲ ਰਿਸ਼ਤਾ ਨਾ ਜੋੜਦੀ। ਪਰ ਹੁਣ ਮੈਂ ਕੀ ਕਰਾਂ? ਮੇਰੇ ਪਿਤਾ ਮੇਰੇ ਵਿਆਹ ਦੀ ਖਾਤਰ ਦੂਜੇ ਦੇਸ਼ ਵਿੱਚ ਦਿਨ ਰਾਤ ਮਜ਼ਦੂਰੀ ਕਰ ਰਹੇ ਹਨ। ਹੁਣ ਮੈਂ ਕਿਵੇਂ ਉਹਨਾਂ ਦੀ ਇਹ ਸਾਰੀ ਮਿਹਨਤ ਬਰਬਾਦ ਕਰਕੇ ਉਹਨਾਂ ਨੂੰ ਬੇਇੱਜ਼ਤ ਕਰ ਦੇਵਾਂ, ਕਿਉਂਕਿ ਉਹ ਆਪਣੇ ਪਿੰਡ ਵਿੱਚ ਜ਼ੁਬਾਨ ਦੇ ਕੇ ਆਏ ਹਨ। ਅਮਨ, ਜੋ ਮੇਰੀ ਗੱਲ ਸੁਣ ਕੇ ਬਿਲਕੁਲ ਬਿਖਰ ਕੇ ਰਹਿ ਗਿਆ ਸੀ, ਉਸ ਨੂੰ ਮੇਰੇ ਨਾਲ ਮਿਲ ਕੇ ਇੰਨੀ ਖੁਸ਼ੀ ਸੀ ਤੇ ਹੁਣ ਮੈਂ ਉਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਉਸ ਨੂੰ ਓਨਾ ਹੀ ਜ਼ਿਆਦਾ ਦੁੱਖ ਵੀ ਹੋਇਆ ਸੀ ਕਿ ਉਹ ਮੈਨੂੰ ਹਾਸਲ ਨਹੀਂ ਕਰ ਸਕਦਾ ਸੀ। ਫਿਰ ਵੀ ਉਸ ਵਿਚਾਰੇ ਨੇ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਹੋਇਆ ਸੀ ਤੇ ਮੈਨੂੰ ਤਸੱਲੀ ਦੇ ਰਿਹਾ ਸੀ ਕਿ ਦੁਨੀਆ ਵਿੱਚ ਹਰ ਕੋਈ ਆਪਣੇ ਪਿਆਰ ਨੂੰ ਹਾਸਲ ਨਹੀਂ ਕਰ ਸਕਦਾ। ਬਸ ਸਾਡੇ ਦੋਵਾਂ ਲਈ ਇੰਨਾ ਹੀ ਕਾਫੀ ਹੈ ਕਿ ਅਸੀਂ ਪਿਆਰ ਕਰ ਲਿਆ। ਹੁਣ ਇਹ ਗੱਲ ਸੁਣ ਕੇ ਮੈਂ ਟੁੱਟ ਕੇ ਰੋਣ ਲੱਗੀ। ਉਹ ਮੈਨੂੰ ਚੁੱਪ ਕਰਨ ਦੀ 1000 ਕੋਸ਼ਿਸ਼ ਕਰਦਾ ਰਿਹਾ ਤੇ ਫਿਰ ਖੁਦ ਵੀ ਰੋ ਪਿਆ। ਉਸ ਦਿਨ ਅਸੀਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਸ਼ੇਅਰ ਕੀਤੀਆਂ ਸੀ ਤੇ ਇਸ ਵਾਅਦੇ ਤੇ ਇੱਕ ਦੂਜੇ ਤੋਂ ਅਲੱਗ ਹੋਏ ਸੀ ਕਿ ਜ਼ਿੰਦਗੀ ਵਿੱਚ ਜੇ ਕਦੇ ਵੀ ਸਾਨੂੰ ਦੋਵਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਪਈ ਤਾਂ ਕਹਿਣ ਤੋਂ ਕਦੇ ਨਹੀਂ ਘਬਰਾਵਾਂਗੇ। ਉਸਨੇ ਮੈਨੂੰ ਕਿਹਾ ਕਿ ਜਿੰਨਾ ਵੀ ਸਮਾਂ ਗੁਜ਼ਰ ਜਾਵੇ, ਹਮੇਸ਼ਾ ਤੇਰੀ ਜ਼ਰੂਰਤ ਮੇਰੀ ਪਹਿਲੀ ਜ਼ਿੰਮੇਵਾਰੀ ਹੋਵੇਗੀ। ਕੁਝ ਦੁੱਖ, ਕੁਝ ਹੱਸੀ, ਕੁਝ ਮਜ਼ਾਕ ਦੀਆਂ ਗੱਲਾਂ ਕਰਦੇ ਅਸੀਂ ਦੋਵਾਂ ਨੇ ਉਹ ਦਿਨ ਬਹੁਤ ਚੰਗੇ ਤਰੀਕੇ ਨਾਲ ਗੁਜ਼ਾਰਿਆ ਸੀ। ਇੱਥੇ ਹੋਟਲ ਵਿੱਚ ਬੈਠ ਕੇ ਅਸੀਂ ਦੋਵਾਂ ਨੇ ਖਾਣਾ ਵੀ ਖਾਇਆ ਸੀ ਤੇ ਫਿਰ ਉਹ ਮੈਨੂੰ ਘਰ ਛੱਡਣ ਆਇਆ ਸੀ।
ਮੇਰਾ ਬਹੁਤ ਮਨ ਕਰ ਰਿਹਾ ਸੀ ਕਿ ਇੱਕ ਵਾਰ ਫਿਰ ਉਹ ਅੰਦਰ ਆ ਜਾਵੇ, ਪਰ ਇਸ ਵਾਰ ਉਹ ਨਹੀਂ ਮੰਨਿਆ ਸੀ ਤੇ ਮੈਨੂੰ ਛੱਡ ਕੇ ਹੀ ਚਲਾ ਗਿਆ ਸੀ। ਮੈਂ ਬਸ ਅੱਜ ਦੇ ਦਿਨ ਦੀ ਖੂਬਸੂਰਤ ਯਾਦਾਂ ਦਿਲ ਵਿੱਚ ਲੈ ਕੇ ਵਾਪਸ ਆ ਗਈ ਸੀ। ਵਿਆਹ ਦੀ ਤਿਆਰੀ ਪੂਰੀ ਹੋ ਚੁੱਕੀ ਸੀ। ਦੇਖਦੇ ਹੀ ਦੇਖਦੇ ਵਿਆਹ ਦਾ ਦਿਨ ਵੀ ਆ ਗਿਆ ਸੀ। ਮੇਰੀ ਬਰਾਤ ਆਈ ਤੇ ਮੇਰਾ ਵਿਆਹ ਹੋ ਗਿਆ। ਮੈਂ ਪਹਿਲੀ ਵਾਰ ਆਪਣੇ ਹੋਣ ਵਾਲੇ ਪਤੀ ਨੂੰ ਆਪਣੇ ਵਿਆਹ ਵਾਲੇ ਦਿਨ ਦੇਖਿਆ ਸੀ, ਜੋ ਹੁਣ ਮੇਰਾ ਪਤੀ ਬਣ ਗਿਆ ਸੀ। ਉਹ ਕੋਈ ਜ਼ਿਆਦਾ ਚੰਗਾ ਨਹੀਂ ਸੀ, ਬਸ ਨੋਰਮਲ ਜਿਹੀ ਸ਼ਕਲ ਵਾਲਾ ਪਿੰਡ ਦਾ ਰਹਿਣ ਵਾਲਾ ਹੀ ਲੱਗ ਰਿਹਾ ਸੀ। ਪਰ ਆਪਣੇ ਬਾਪ ਦੀ ਪਸੰਦ ਦੇ ਅੱਗੇ ਮੈਂ ਹਾਰ ਮੰਨ ਲਈ ਸੀ। ਹੁਣ ਤਾਂ ਮੇਰਾ ਵਿਆਹ ਹੋ ਚੁੱਕਿਆ ਸੀ। ਮੈਂ ਕਿਸੇ ਨੂੰ ਕੀ ਕਹਿ ਸਕਦੀ ਸੀ? ਜਿਸ ਤਰ੍ਹਾਂ ਮੇਰੇ ਲਈ ਇਹ ਸਭ ਨਵਾਂ ਸੀ, ਇਸ ਤਰ੍ਹਾਂ ਉਹ ਵੀ ਕੋਈ ਖਾਸ ਮੇਰੇ ਤੇ ਧਿਆਨ ਨਹੀਂ ਦੇ ਰਿਹਾ ਸੀ। ਬਸ ਦੋਵਾਂ ਦੇ ਹੀ ਮਾਤਾ-ਪਿਤਾ ਦਾ ਫੈਸਲਾ ਸੀ, ਜੋ ਸਾਨੂੰ ਦੋਵਾਂ ਨੂੰ ਮੰਨਣਾ ਪਿਆ ਸੀ। ਮੈਂ ਵਿਦਾ ਹੋ ਕੇ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਚਲੀ ਗਈ। ਮਾਤਾ ਹੁਣ ਆਪਣੇ ਕੰਮਾਂ ਵਿੱਚ ਹੀ ਵਿਅਸਤ ਸੀ। ਉਹਨਾਂ ਨੂੰ ਮੇਰੇ ਜਾਣ ਤੇ ਕੋਈ ਖਾਸ ਦੁੱਖ ਨਹੀਂ ਹੋਇਆ ਸੀ। ਪਿਤਾ ਜੀ ਨੇ ਮੇਰੇ ਨਾਲ ਵੀਡੀਓ ਕਾਲ ਤੇ ਗੱਲ ਕਰ ਲਈ ਸੀ। ਉਹ ਵੀ ਉੱਥੇ ਬਹੁਤ ਰੋ ਰਹੇ ਸੀ। ਮੈਂ ਦੁੱਲੇ ਨਾਲ ਗੱਡੀ ਵਿੱਚ ਬੈਠੀ ਤੇ ਸਾਰੇ ਰਸਤੇ ਰੋਂਦੀ ਹੀ ਰਹੀ। ਉਸਨੇ ਮੈਨੂੰ ਇੱਕ ਸ਼ਬਦ ਵੀ ਤਸੱਲੀ ਦਾ ਨਹੀਂ ਬੋਲਿਆ ਸੀ। ਮੇਰੀ ਸੱਸ ਮੈਨੂੰ ਬਾਰ-ਬਾਰ ਚੁੱਪ ਕਰਾਈ ਜਾ ਰਹੀ ਸੀ। ਪਿੰਡ ਪਹੁੰਚ ਕੇ ਮੈਂ ਆਪਣੇ ਪਿਤਾ ਦੇ ਫੈਸਲੇ ਦਾ ਮਾਣ ਰੱਖਦੇ ਹੋਏ ਪਤਨੀ ਹੋਣ ਦੇ ਸਾਰੇ ਹੱਕ ਨਿਭਾਏ ਸੀ। ਘਰ ਤੇ ਸਹੁਰੇ ਵਾਲੇ ਲੋਕਾਂ ਨਾਲ ਚੰਗੇ ਤਰੀਕੇ ਨਾਲ ਵਰਤਾਵ ਕੀਤਾ ਸੀ। ਮੈਨੂੰ ਇਦਾਂ ਦੀ ਜ਼ਿੰਦਗੀ ਦੀ ਆਦਤ ਤਾਂ ਨਹੀਂ ਸੀ, ਪਰ ਫਿਰ ਵੀ ਖੁਦ ਨੂੰ ਸਹੁਰੇ ਵਾਲਿਆਂ ਦੀ ਆਦਤ ਵਿੱਚ ਢਾਲਣ ਦੀ ਕੋਸ਼ਿਸ਼ ਕਰ ਰਹੀ ਸੀ। ਮੇਰੇ ਪਤੀ ਨੂੰ ਮੇਰੇ ਵਿੱਚ ਕੋਈ ਖਾਸ ਜ਼ਿਆਦਾ ਧਿਆਨ ਨਹੀਂ ਸੀ। ਮੈਂ ਵੀ ਉਸੇ ਵਿੱਚ ਬਹੁਤ ਖੁਸ਼ ਸੀ ਕਿ ਬਸ ਉਹ ਮੈਨੂੰ ਇੱਜ਼ਤ ਦਿੰਦਾ ਰਹੇ। ਪਰ ਕੁਝ ਦਿਨਾਂ ਬਾਅਦ ਹੀ ਉਸ ਦੀ ਹਕੀਕਤ ਵੀ ਖੁੱਲ੍ਹ ਕੇ ਮੇਰੇ ਸਾਹਮਣੇ ਆ ਗਈ ਸੀ। ਉਹ ਰਾਤ ਨੂੰ ਬਹੁਤ ਸਮੇਂ ਤੱਕ ਕੁੜੀਆਂ ਦੇ ਨਾਲ ਗੱਲਾਂ ਕਰਦਾ ਰਹਿੰਦਾ ਸੀ। ਮੈਨੂੰ ਇੰਨਾ ਹੱਕ ਜਤਾਉਣ ਵੀ ਨਹੀਂ ਦਿੰਦਾ ਸੀ ਕਿ ਮੈਂ ਉਸ ਦੇ ਨਾਲ ਲੜਦੀ ਜਾਂ ਉਸ ਨੂੰ ਗਲਤ ਕੰਮ ਦੇ ਲਈ ਰੋਕਦੀ। ਉਸ ਨੂੰ ਮੇਰੀ ਕੋਈ ਪਰਵਾਹ ਹੀ ਨਹੀਂ ਸੀ। ਬਸ ਘਰ ਵਾਲਿਆਂ ਨੇ ਹੀ ਮੈਨੂੰ ਘਰ ਦਾ ਹਿੱਸਾ ਮੰਨ ਲਿਆ ਸੀ। ਮੈਂ ਆਪਣੇ ਪਤੀ ਦੀ ਸ਼ਿਕਾਇਤ ਸੱਸ ਨੂੰ ਕਰਦੀ ਤਾਂ ਉਹ ਮੈਨੂੰ ਇਹ ਕਹਿ ਕੇ ਤਸੱਲੀ ਦਿੰਦੀ ਕਿ ਅੱਜ ਕੱਲ੍ਹ ਹਰ ਮੁੰਡੇ ਦਾ ਇਹੀ ਹਾਲ ਹੈ, ਬਸ ਤੂੰ ਇੱਜ਼ਤ ਨਾਲ ਹੀ ਇਸ ਘਰ ਵਿੱਚ ਬਣੀ ਰਹਿ। ਉਹ ਸਾਰੀਆਂ ਕੁੜੀਆਂ ਤਾਂ ਟਾਈਮ ਪਾਸ ਲਈ ਹਨ, ਘਰ ਦੀ ਅਸਲੀ ਮਾਲਕਣ ਤਾਂ ਤੂੰ ਹੀ ਰਹੇਗੀ। ਨਵਾਂ ਵਿਆਹ ਹੈ, ਪੁਰਾਣੀ ਆਦਤ ਤਾਂ ਹੌਲੀ ਜਾਵੇਗੀ। ਮਤਲਬ ਉਸ ਦੇ ਮਾਤਾ-ਪਿਤਾ ਨੂੰ ਵੀ ਉਸ ਦੀ ਆਦਤ ਦਾ ਪਤਾ ਸੀ। ਮੇਰੇ ਵਿਆਹ ਨੂੰ 4 ਮਹੀਨੇ ਹੋ ਚੁੱਕੇ ਸੀ ਤੇ 4 ਮਹੀਨਿਆਂ ਬਾਅਦ ਹੀ ਮੈਂ ਮਾਂ ਬਣਨ ਵਾਲੀ ਹੋ ਗਈ ਸੀ। ਸੱਸ ਤਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਤੇ ਜਦੋਂ ਤੋਂ ਉਹਨਾਂ ਨੂੰ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ, ਉਦੋਂ ਤਾਂ ਉਹਨਾਂ ਨੇ ਮੇਰੇ ਹਰ ਨਖਰੇ ਉਠਾਉਣੇ ਸ਼ੁਰੂ ਕਰ ਦਿੱਤੇ ਸੀ। ਜਦੋਂ ਇਹ ਗੱਲ ਮੇਰੀ ਮਾਂ ਨੂੰ ਪਤਾ ਚੱਲੀ ਤਾਂ ਉਹ ਵੀ ਮੈਨੂੰ ਮਿਲਣ ਲਈ ਮਿਠਾਈ ਲੈ ਕੇ ਮੈਨੂੰ ਵਧਾਈਆਂ ਦੇਣ ਲਈ ਆਈ ਸੀ ਤੇ ਜਾਂਦੇ ਕਹਿ ਕੇ ਗਈ ਸੀ ਕਿ ਡਿਲੀਵਰੀ ਲਈ ਜੇ ਇਹ ਲੋਕ ਤੈਨੂੰ ਪੇਕੇ ਆਉਣ ਲਈ ਕਹਿਣ ਤਾਂ ਤੂੰ ਖੁਦ ਹੀ ਮਨਾ ਕਰ ਦੇਣਾ, ਕਹਿ ਦੇਣਾ ਉੱਥੇ ਮੇਰੀ ਮਾਂ ਇਕੱਲੀ ਹੈ। ਇੱਥੇ ਤਾਂ ਸਾਰਾ ਪੂਰਾ ਸਹੁਰਾ ਘਰ ਭਰਿਆ ਹੋਇਆ ਹੈ। ਇੱਥੇ ਤਾਂ ਹਰ ਕੋਈ ਜ਼ਿੰਮੇਵਾਰੀ ਉਠਾਉਣ ਵਾਲਾ ਹੈ। ਉੱਥੇ ਕੌਣ ਹੈ ਜੋ ਤੈਨੂੰ ਸੰਭਾਲੇਗਾ? ਮੈਂ ਆਪਣੀ ਮਾਂ ਦੀ ਗੱਲ ਚੰਗੀ ਤਰ੍ਹਾਂ ਨਾਲ ਸਮਝ ਗਈ ਸੀ। ਉਹਨਾਂ ਦਾ ਮਤਲਬ ਸੀ ਕਿ ਉਹ ਮੈਨੂੰ ਪੇਕੇ ਆਉਣ ਤੋਂ ਮਨਾ ਕਰ ਰਹੀ ਸੀ। ਮੈਂ ਜੋ ਵਿਆਹ ਦੇ ਬਾਅਦ ਤੋਂ ਸਬਰ ਦਾ ਘੁੱਟ ਪੀ ਰਹੀ ਸੀ, ਇਹ ਵੀ ਚੁੱਪਚਾਪ ਬਰਦਾਸ਼ਤ ਕਰ ਗਈ। ਪ੍ਰੈਗਨੈਂਸੀ ਦੇ ਦਿਨਾਂ ਵਿੱਚ ਮੇਰੇ ਪਤੀ ਨੇ ਮੇਰੇ ਤੇ ਥੋੜਾ ਬਹੁਤ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਉਹ ਵੀ ਖਿਆਲ ਰੱਖਦਾ ਸੀ। ਹੁਣ ਮੇਰੇ ਸਾਹਮਣੇ ਫੋਨ ਵੀ ਨਹੀਂ ਕਰਦਾ ਸੀ ਤਾਂ ਕਿ ਮੈਨੂੰ ਦੁੱਖ ਨਾ ਪਹੁੰਚੇ। ਮੈਂ ਉਸ ਦੀ ਇਸ ਗੱਲ ਨਾਲ ਖੁਸ਼ ਹੋ ਗਈ ਸੀ। ਮਹੀਨੇ ਗੁਜ਼ਰਨ ਲੱਗੇ ਤਾਂ ਸੱਸ ਬਹੁਤ ਸਾਰੀਆਂ ਤਿਆਰੀਆਂ ਕਰਨ ਲੱਗੀ ਸੀ। ਫਿਰ ਮੇਰੀ ਸੱਸ ਨੇ ਕਿਹਾ ਕਿ ਡਿਲੀਵਰੀ ਲਈ ਅਸੀਂ ਤੈਨੂੰ ਸ਼ਹਿਰ ਲੈ ਕੇ ਚਲੇ ਜਾਵਾਂਗੇ। ਤਾਂ ਮੈਨੂੰ ਆਪਣੀ ਮਾਂ ਦੀ ਕਹੀ ਹੋਈ ਗੱਲ ਯਾਦ ਆ ਗਈ। ਮੈਂ ਆਪਣੀ ਸੱਸ ਨੂੰ ਰੋਕ ਲਿਆ ਤੇ ਉਹਨਾਂ ਨੂੰ ਕਿਹਾ ਕਿ ਪਿੰਡ ਦੀ ਬਾਕੀ ਔਰਤਾਂ ਦੀ ਤਰ੍ਹਾਂ ਮੈਂ ਵੀ ਘਰ ਵਿੱਚ ਹੀ ਡਿਲੀਵਰੀ ਕਰਵਾਉਣਾ ਚਾਹੁੰਦੀ ਹਾਂ। ਮੇਰੀ ਸੱਸ ਨੇ ਮੇਰੀ ਇਸ ਗੱਲ ਤੇ ਬਹੁਤ ਹੈਰਾਨੀ ਹੋਈ ਸੀ ਕਿ ਮੇਰੀ ਪਹਿਲੀ ਵਾਰ ਡਿਲੀਵਰੀ ਹੋ ਰਹੀ ਹੈ। ਇਸ ਲਈ ਉਹਨਾਂ ਨੂੰ ਮੈਨੂੰ ਹਸਪਤਾਲ ਜਾਣ ਲਈ ਕਿਹਾ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਡਰ ਤਾਂ ਨਹੀਂ ਲੱਗਦਾ? ਮੈਂ ਬਸ ਨਹੀਂ ਕਹਿ ਕੇ ਗੱਲ ਨੂੰ ਖਤਮ ਕਰ ਦਿੱਤਾ ਸੀ। ਪਿੰਡ ਵਿੱਚ ਦਾਈ ਤੋਂ ਹੀ ਮੇਰਾ ਬੱਚਾ ਪੈਦਾ ਹੋ ਗਿਆ ਸੀ। ਮੈਂ ਇੱਕ ਪਿਆਰੇ ਜਿਹੇ ਮੁੰਡੇ ਨੂੰ ਜਨਮ ਦਿੱਤਾ। ਬੱਚੇ ਨੂੰ ਜਨਮ ਦੇਣ ਦੇ ਕੁਝ ਦਿਨਾਂ ਬਾਅਦ ਹੀ ਮੈਂ ਨੋਟਿਸ ਕੀਤਾ ਕਿ ਮੇਰਾ ਪਤੀ ਦੁਬਾਰਾ ਤੋਂ ਫੋਨ ਤੇ ਗੱਲ ਕਰਦਾ ਹੈ, ਜਿਵੇਂ ਪਹਿਲਾਂ ਕਰਿਆ ਕਰਦਾ ਸੀ। ਉਹ ਰੋਜ਼ ਕਿਸੇ ਨਾ ਕਿਸੇ ਨਾਲ ਫੋਨ ਤੇ ਗੱਲ ਕਰਦਾ ਰਹਿੰਦਾ ਸੀ। ਜਦੋਂ ਮੇਰੇ ਮੁੰਡਾ ਪੈਦਾ ਹੋਇਆ ਸੀ ਤਾਂ ਮੇਰੀ ਮਾਂ ਕੁਝ ਦਿਨ ਮੇਰੇ ਕੋਲ ਰਹਿਣ ਲਈ ਆ ਗਈ ਸੀ। ਮੈਂ ਆਪਣੀ ਮਾਂ ਨੂੰ ਜਦੋਂ ਆਪਣੇ ਪਤੀ ਬਾਰੇ ਦੱਸਿਆ ਤਾਂ ਉਹਨਾਂ ਨੇ ਮੈਨੂੰ ਕਿਹਾ, ਤੇਰਾ ਪਤੀ ਬਹੁਤ ਚੰਗਾ ਇਨਸਾਨ ਹੈ, ਤੂੰ ਸ਼ੱਕ ਨਾ ਕਰਿਆ ਕਰ ਤੇ ਹੁਣ ਕਦੇ ਵੀ ਇਸ ਸ਼ੱਕ ਦੀ ਵਜ੍ਹਾ ਨਾਲ ਲੜ ਕੇ ਮੇਰੇ ਘਰ ਨਾ ਆਉਣਾ। ਮੈਂ ਤੇਰੀ ਕੋਈ ਸ਼ਿਕਾਇਤ ਨਹੀਂ ਸੁਣਨਾ ਚਾਹੁੰਦੀ। ਆਪਣਾ ਘਰ ਵਸਾ ਤੇ ਆਪਣੇ ਪਰਿਵਾਰ ਵਿੱਚ ਸੁਖੀ ਰਹੇ। ਕੁਝ ਦਿਨ ਬਾਅਦ ਇਹ ਕਹਿ ਕੇ ਚਲੀ ਗਈ ਕਿ ਮੈਨੂੰ ਪਿੰਡ ਵਿੱਚ ਰਹਿਣ ਦੀ ਆਦਤ ਨਹੀਂ ਹੈ। ਜਦੋਂ ਮੇਰਾ ਮੁੰਡਾ 6 ਮਹੀਨੇ ਦਾ ਹੋ ਗਿਆ ਤਾਂ ਮੇਰੀ ਸੱਸ ਨੇ ਮੈਨੂੰ ਦਵਾਈਆਂ ਖਿਲਾਉਣੀਆਂ ਸ਼ੁਰੂ ਕਰ ਦਿੱਤੀਆਂ
ताकि मैं दोबारा तो प्रेगनेंट हो जावां। पोता मिल जाण ते मेरी सੱਸ बहुत ज़्यादा खुश सी ते चाहुंदी सी कि जल्दी नाल उन्हां नूं एक होर पोता मिल जावे। पहले बच्चे नूं तां मैं ठीक तरीके नहीं संभाल सकदी सी ते मैं कुछ महीनों बाद मैं फिर तो प्रेगनेंट हो गई। मैं बहुत मुश्किल समय तो गुजर रही सी। फिर अचानक एक पहाड़ मेरे ते टुट पिया जदों पता चलिया कि मेरे पिता दी विदेश विच मौत हो चुकी है। ये दुख मेरे लिए बर्दाश्त तो बाहर सी। मैं जल्दी नाल ही अपने थोड़े बहुत कपड़े लैके अपनी माँ के घर पहुँच गई। मैनू लग्या इस समय तो मेरी माँ नूं मेरी जरूरत होवेगी। जदों मैं अपने घर पहुंची तां माँ की हालत तां बिल्कुल ठीक सी। अगले दिन विदेश तो मेरे पिता की लाश आ गई सी। उदों मैं अपनी माँ नूं रोंदे हुए देखिया सी। मैनू भी कोई होश नहीं सी। मेरे मुंडे नूं मेरी सੱਸ ने ही संभालिया होया सी। 1-2 दिन दे लई ਉਹ भी साडे घर विच ही रुक गई सी। चौथे दिन मेरी सੱਸ वापस घर चली गई ते मैं अपने घर ही रुक गई। 9 महीने के बच्चे नाल ते 3 महीने की प्रेगनेंसी। बहुत मुश्किल समा गुजर रहा सी। पिता जी की मौत नूं 2 महीने हो गए सी। मेरा पति मैनू लैण नहीं आया सी। मैं खुद उसनूं ले जाण नूं कहंदी तां ओह मैनू मना कर दिया करदा सी। कहंदा सी कि बच्चे की डिलीवरी तक अपने पेके घर विच ही रह लै। पर इधर मेरी माँ ने मेरा जिउणा हराम कर रखिया सी कि हुण साडे इत्थे कोई कमाउण वाला नहीं है। हुण जल्दी नाल वापस अपने घर चली जा। जिवें तिवें बर्दाश्त करके उन्होंने मेरे 9 महीने घर विच पूरे करवा दिते सी। मैं 2-2 बच्चों नूं इकट्ठे अपना दुध पिलाउंदी सी। इस दे इलावा होर कोई चारा नहीं सी। मेरे मुंडे लई कोई दुध तक लैके देण वाला नहीं सी। माँ कहंदी कि इस दे पिता तो इसका खर्चा मंगवा ते अपने पति नूं कहंदी तां ओह कहंदा कि हुण वापस ना आउणा। बच्चों का ख्याल उत्थे शहर विच ही रह के रख लै। कुछ दिन बाद आके मैं खुद लै जाऊँगा। वह मैनू टालदा जा रहा सी। पर हुण मैं खुद ही अपने दोवें बच्चों नूं लैके पिंड चली गई। पिंड जाके देखिया तां ये देख के हैरान रह गई सी कि मेरे पति ने अपनी गर्लफ्रेंड नाल विआह करवा लिया सी ते मेरे हत्थ विच तलाक दे पेपर फड़ा के कह दिता सी कि इस घर विच तेरे लिए कोई जगह नहीं है। मैं अपने दोवें बच्चों नूं लैके वापस शहर आ गई। हुण मेरे कोल होर कोई चारा नहीं बचा सी। तलाकशुदा होके मैं दोबारा अपनी माँ के कोल वापस आ गई। मेरी माँ ने इधर बहुत हंगामा कर दिता कि तेरी ही गलती होगी, इसलिए तो तेरे पति ने दूजा विआह करा लिया ते तैनूं अपने पति का घर नहीं छड्डना चाहिए सी ते ना ही इधर रहण लई आउणा चाहिए सी। जिस पिता की खातर मैं ये सब बर्दाश्त किया सी वो भी जिंदा नहीं रह सके। माँ तो तां वैसे भी मैनू कोई उम्मीद नहीं सी। उन्होंने मैनू घर तो कड्ढण की कोशिश की तां मैं अपने पिता की जायदाद विचों हिस्सा मंगण की गल कर दी, जिस नाल मेरी माँ बुरी तरह नाल डर गई सी। उदों जाके उन्हां दी जुबान बंद हुई सी। मैनू पढ़ाई तक पूरी नहीं करन दित्ती सी। जे मैं पढ़ी लिखी हुंदी तां कोई काम ही कर लैंदी। अपने बच्चों के सौण तो बाद मैं नौकरी की तलाश करने के लिए घर तो निकल जाती सी। इस तरह नाल मैं बहुत सारे धक्के खाधे। उदों जाके मैनू एक नौकरी मिली सी। मैनू एक वड्डी कंपनी विच सफाई करने की नौकरी मिल गई सी। पर मैनू वो नौकरी कुड़ी के भेस विच नहीं बल्कि मुंडे के भेस विच करनी पई। मैनू यही नौकरी मिल सकती सी क्योंकि मैं इन्नी ज़्यादा पढ़ी लिखी नहीं सी कि मैनू कोई चंगी नौकरी मिल सकती सी। उत्थे नौकरी करते हुए मैनू 3 महीने गुजर गए सी। मैं अपने बच्चों नूं माँ के हवाले करके आ जाती सी। माँ मेरे बच्चों का कोई खास ध्यान तो नहीं रखती सी, पर जदों उन्होंने पैसे का लालच होया तो वो मेरे बच्चों का ध्यान रखण लगी सी। मैं हुण तक कंपनी के मालक नूं नहीं देखिया सी। एक दिन जदों मैं मालक के दफ्तर विच सफाई कर गई तो ये देख के हैरान रह गई सी कि कंपनी का मालक कोई होर नहीं बल्कि अमन सी। मैं दफ्तर विच भी अमन की लगी हुई तस्वीर नूं देखिया सी। मैनू लग्या कि शायद ये तस्वीर किसी ने एवें ही लगा दी होएगी, पर मैनू उत्थे दे लोकां तो पता लग्या कि यही तो इस कंपनी के मालक हैं। हुण मैनू अमन नूं मिलण दी बहुत चाहत होण लगी सी क्योंकि मैं उसनूं 2 साल बाद फोटो विच देखिया सी। जिवें ही अमन दफ्तर आया तो मैं उसके सामने अपनी अखां विच हंझू लई खड़ी हुई सी। अमन भी मैनू अपने दफ्तर विच देख के हैरान रह गया सी। फिर उसने मैनू अपने दफ्तर विच बुलाया ते मैनू पुछया कि तू इत्थे की कर रही है। मैं उसनूं दस्सिया कि मैं तेरे दफ्तर विच 3 महीने तो काम कर रही हाँ। अमन ने कहा पर तू इत्थे काम क्यों कर रही है, तेरा तो विआह हो गया सी। मैं उसनूं अपनी सारी कहानी दस दी कि विआह दे बाद मेरे नाल की होया सी। ये सुन के अमन दी अखां विचों हंझू आ गए। वो मैनू कहण लग्या कि मैं पिछले 3 महीने तो काम के सिलसिले विच शहर तो बाहर गया होया सी। जे मैनू पता होंदा तू मेरे दफ्तर दे विच नौकरानी का काम कर रही है, मैं तेनू हरगिज़ ये काम नहीं कर देंदा।
ਅਸੀਂ ਤਾਂ ਵਾਅਦਾ ਕੀਤਾ ਸੀ ਕਿ ਅਸੀਂ ਇੱਕ ਦੂਜੇ ਦੇ ਮੁਸ਼ਕਿਲ ਸਮੇਂ ਵਿੱਚ ਸਾਥ ਦੇਵਾਂਗੇ। ਮੇਰੇ ਪਿਤਾ ਦਾ ਸੁਪਨਾ ਸੀ ਕਿ ਮੈਂ ਆਪਣੇ ਪੈਰਾਂ ਤੇ ਖੜਾ ਹੋ ਸਕਾਂ ਤੇ ਤੇਰੇ ਵਿਆਹ ਦੇ ਬਾਅਦ ਮੇਰੇ ਪਿਤਾ ਦੀ ਮੌਤ ਹੋ ਗਈ ਸੀ। ਉਸ ਦੇ ਬਾਅਦ ਮੈਂ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਜੀ ਤੋੜ ਮਿਹਨਤ ਕੀਤੀ। ਨੌਕਰੀ ਦੀ ਤਲਾਸ਼ ਲਈ ਜਗ੍ਹਾ ਧੱਕੇ ਖਾਧੇ। ਮੇਰੀ ਪੜ੍ਹਾਈ ਤਾਂ ਪੂਰੀ ਹੋ ਚੁੱਕੀ ਸੀ। ਫਿਰ ਉਸ ਦੇ ਬਾਅਦ ਮੇਰੇ ਮਾਮਾ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਅੱਜ ਦੇਖ ਮੈਂ ਇੰਨਾ ਵੱਡਾ ਬਿਜ਼ਨਸਮੈਨ ਬਣ ਗਿਆ। ਮੈਨੂੰ ਤੇਰੀ ਯਾਦ ਹਮੇਸ਼ਾ ਆਉਂਦੀ ਸੀ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਤੂੰ ਮੈਨੂੰ ਇਸ ਤਰ੍ਹਾਂ ਨਾਲ ਮਿਲੇਗੀ। ਹੁਣ ਜਦੋਂ ਤੇਰੇ ਪਤੀ ਨੇ ਤੈਨੂੰ ਤਲਾਕ ਦੇ ਦਿੱਤਾ ਹੈ ਤੇ ਮੇਰਾ ਵੀ ਇਸ ਦੁਨੀਆ ਵਿੱਚ ਕੋਈ ਨਹੀਂ ਹੈ, ਤੂੰ ਮੇਰਾ ਪਿਆਰ ਹੈ, ਕੀ ਤੂੰ ਮੇਰੇ ਨਾਲ ਵਿਆਹ ਕਰਨਾ ਚਾਹੇਗੀ? ਮੈਂ ਤੈਨੂੰ ਤੇ ਤੇਰੇ ਦੋਵੇਂ ਬੱਚਿਆਂ ਨੂੰ ਬਹੁਤ ਖੁਸ਼ ਰੱਖੂੰਗਾ। ਅਮਨ ਦੀ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ। ਮੈਂ ਬਿਨਾਂ ਕੁਝ ਸੋਚੇ ਸਮਝੇ ਅਮਨ ਨੂੰ ਵਿਆਹ ਲਈ ਹਾਂ ਕਰ ਦਿੱਤੀ ਸੀ, ਕਿਉਂਕਿ ਮੈਂ ਹੁਣ ਦੁਬਾਰਾ ਤੋਂ ਅਮਨ ਨੂੰ ਨਹੀਂ ਖੋਣਾ ਚਾਹੁੰਦੀ ਸੀ। ਮੈਂ ਆਪਣੀ ਮਾਂ ਨੂੰ ਪੁੱਛ ਕੇ ਅਮਨ ਨਾਲ ਵਿਆਹ ਕਰਾ ਲਿਆ। ਅਮਨ ਬਹੁਤ ਅਮੀਰ ਇਨਸਾਨ ਹੋਣ ਦੇ ਨਾਲ ਬਹੁਤ ਚੰਗਾ ਇਨਸਾਨ ਵੀ ਹੈ। ਅਮਨ ਨੇ ਮੇਰੇ ਦੋਵੇਂ ਬੱਚਿਆਂ ਨੂੰ ਸਵੀਕਾਰ ਕਰ ਲਿਆ ਤੇ ਅੱਜ ਉਹ ਉਹਨਾਂ ਨੂੰ ਸਕੇ ਪਿਤਾ ਦੀ ਤਰ੍ਹਾਂ ਪਿਆਰ ਕਰਦਾ ਹੈ। ਅੱਜ ਮੈਂ ਆਪਣੇ ਪਤੀ ਅਮਨ ਨਾਲ ਬਹੁਤ ਜ਼ਿਆਦਾ ਖੁਸ਼ ਹਾਂ। ਮੇਰੇ ਵਿਆਹ ਦੇ 2 ਮਹੀਨੇ ਬਾਅਦ ਮੇਰੀ ਮਾਂ ਵੀ ਇਸ ਦੁਨੀਆ ਤੋਂ ਚਲੀ ਗਈ ਸੀ। ਅਮਨ ਨੇ ਮੇਰਾ ਬਹੁਤ ਸਾਥ ਦਿੱਤਾ। ਮੈਂ ਅਮਨ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਆਪਣੀ ਜ਼ਿੰਦਗੀ ਵਿੱਚ ਅਮਨ ਤੇ ਆਪਣੇ ਬੱਚਿਆਂ ਨਾਲ ਬਹੁਤ ਜ਼ਿਆਦਾ ਖੁਸ਼ ਹਾਂ। ਦੋਸਤੋ, ਕੀ ਇਹੀ ਸੱਚਾ ਪਿਆਰ ਹੁੰਦਾ ਹੈ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।